वाहिगुरु जी का खालसा वाहिगुरु जी की फतेह। एजुकेट पंजाब प्रोजेक्ट गुरु नानक मल्टी यूनिवर्सिटी लुधियाना वालों जो ये कैंप शुरू किया जा रहा है, जिन्हें भी इस कैंप दौरान विद्यार्थी मापे संगत जो भी जुड़े हो सबका स्वागत है जी। सबनों जी आया। सो ਆਪਾਂ ਅੱਜ ਦੇ ਸੈਸ਼ਨ शुरू ਕਰਨ ਲੱਗੇ ਹਾਂ जी कि नाल दी नाल एक बेनती भी है कि ਆਪਾਂ जिन्ने भी घरां दे विच जुड़े हुए हैं इस कैंप दौरान ਤਾਂ ਸਾਰੇ ਹੀ ਆਪਣੀਆਂ ਮਨੋਵਿਰਤੀਆਂ ਇਕਾਗਰ ਕਰਕੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨ ਦੇ ਵਿੱਚ ਜੁੜੀਏ ਜੀ। ਸੋ ਇਸ ਜਾਪ ਦੀ ਸੇਵਾ ਲੈ ਰਹੀ ਹੈ ਬੇਟੀ ਖੁਸ਼ਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸ਼ੁਰੂ ਕਰੋ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜੇ ਆ। ਹੁਣ ਕੀਰਤਨ ਦੀ ਸੇਵਾ ਲੈ ਰਹੇ ਨੇ ਬੇਟਾ ਰਮਨਪ੍ਰੀਤ ਸਿੰਘ ਜੀ, ਬਲਵਿੰਦਰ ਸਿੰਘ ਜੀ ਜੋ ਲੁਧਿਆਣਾ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੇ ਬਹੁਤ ਪਿਆਰੀ ਆਵਾਜ਼ ਦੇ ਵਿੱਚ ਬੜਾ ਪਿਆਰਾ ਕੀਰਤਨ ਸਰਵਣ ਕੀਤਾ ਹੈ ਜੀ, ਕਰਵਾਇਆ ਹੈ। ਸੋ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਬੱਚੇ ਕਿਸੇ ਹਰ ਇੱਕ ਦੇਸ਼ ਦਾ, ਕੌਮ ਦਾ ਭਵਿੱਖ ਹੁੰਦੇ ਆ, ਅਸਲੀ ਧਨ ਹੁੰਦੇ ਆ। ਸੋ ਅੱਜ ਸੈਸ਼ਨ ਵੀ ਬੱਚਿਆਂ ਦੇ ਲਏ ਜਾਣੇ ਆ। ਸੋ ਜਿੰਨੀ ਕੁ ਮਿਹਨਤ ਕਰ ਰਹੇ ਟਰਸਟ ਵਾਲੀ ਟੀਮ, ਜਿੰਨੀ ਮਿਹਨਤ ਕਰ ਰਹੇ ਆ, ਉਸ ਤਰ੍ਹਾਂ ਦੇ ਬੱਚੇ ਆ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਕਿਸ ਤਰ੍ਹਾਂ ਚੁਣ ਕੇ ਆਏ ਆ, ਜਾਂ ਕਿਸ ਤਰ੍ਹਾਂ ਅੱਗੇ ਹੋ ਕੇ ਆ ਜਿਹੜੇ ਬੱਚੇ ਹਿੱਸਾ ਲੈ ਰਹੇ ਆ, ਵਿਸ਼ੇ ਬੋਲਣ ਦੇ ਵਿੱਚ ਆ ਰਹੇ ਨੇ, ਅੱਗੇ ਪੜ੍ਹਾਈਆਂ ਦੇ ਵਿੱਚੋਂ ਅੱਗੇ ਆ ਰਹੇ ਨੇ। ਸੋ ਵੀਰ ਜੀ ਦਾ ਸੁਪਨਾ ਜਿਹੜਾ ਇਹ ਪੂਰਾ ਹੁੰਦਾ ਜਾ ਰਿਹਾ ਹੈ ਕਿ ਗੁਰਸਿੱਖ ਬੱਚੇ ਆ ਜਿਹੜੇ ਉਹ ਗੁਰੂ ਦੇ ਨਾਲ ਜੁੜੇ ਹੋਏ, ਕਿਵੇਂ ਗੁਰੂ ਦੇ ਸਿਧਾਂਤਾਂ ਤੋਂ ਦ੍ਰਿੜ ਕਰਦੇ ਨੇ ਤੇ ਕਰਵਾਉਂਦੇ ਨੇ, ਕਿਉਂਕਿ ਗੁਰੂ ਦੇ ਸਿਧਾਂਤ ਹੀ ਮੇਨ ਹੈ। ਜੇ ਅਸੀਂ ਦ੍ਰਿੜ ਕਰਾਂਗੇ, ਜੀਵਨ ਦੇ ਵਿੱਚ ਅਪਲਾਈ ਕਰਾਂਗੇ, ਤਾਂ ਸਾਡਾ ਜੀਵਨ ਹੈ ਜਿਹੜਾ ਸੋਹਣਾ ਸਚਿਆਰਾ ਬਣੇਗਾ। ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ, ਗੁਰੂ ਦੇ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਾਂ। ਦੂਸਰਾ ਸੈਸ਼ਨ ਲੈਂਦੇ ਹਾਂ ਜੀ ਆਪਾਂ ਰਜਨੀਸ਼ ਕੌਰ ਜੀ। ਰਜਨੀਸ਼ ਕੌਰ ਜੀ EPP ਨੰਬਰ 9840, ਜ਼ੋਨ ਰੋਪੜ। ਵਿਸ਼ਾ ਹੈ ਜੀ ਇਹਨਾਂ ਦਾ ਗੁਰਬਾਣੀ ਦੇ 8 ਪੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਆਵਾਜ਼ ਕਲੀਅਰ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ ਜੀ। ਠੀਕ ਹੈ ਮੈਮ। ਮੇਰਾ ਨਾਮ ਰਜਨੀਸ਼ ਕੌਰ ਹੈ। ਮੇਰਾ EPP ਨੰਬਰ 9480 ਹੈ। ਮੈਂ ਰੋਪੜ ਜ਼ੋਨ ਤੋਂ ਵਾਈਸੀ ਕੁਲਦੀਪ ਸਿੰਘ ਜੀ ਦੀ ਸਟੂਡੈਂਟ ਹਾਂ। ਅੱਜ ਦਾ ਮੇਰਾ ਬੋਲਣ ਦਾ ਵਿਸ਼ਾ ਹੈ ਗੁਰਬਾਣੀ ਨੂੰ ਮਾਨਣ ਦੇ 8 ਪੜਾਅ। ਗੁਰਬਾਣੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹ ਸਾਡੇ ਜੀਵਨ ਦਾ ਆਧਾਰ ਹੈ। ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਕਿ ਮੈਨੂੰ ਗੁਰਾਂ ਦੀ ਬਾਣੀ ਦਾ
ਆਸਰਾ ਹੈ। ਗੁਰਬਾਣੀ ਨਾਲ ਜੁੜ ਕੇ ਹੀ ਮੈਂ ਵਸਦਾ ਹਾਂ। ਗੁਰਬਾਣੀ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਇਸ ਲਈ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਦੇ ਲਈ ਆਪਣੇ ਜੀਵਨ ਵਿੱਚ ਗੁਰਬਾਣੀ ਲੈ ਕੇ ਆਉਣੀ ਚਾਹੀਦੀ ਹੈ। ਗੁਰਬਾਣੀ ਅਨੁਸਾਰ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ। ਜੀਵਨ ਵਿੱਚ ਗੁਰਬਾਣੀ ਦਾ ਸੰਗ ਅਤੇ ਆਨੰਦ ਮਾਣਨ ਦੇ 8 ਪੜਾਅ ਹਨ। ਜਿਵੇਂ ਸਭ ਤੋਂ ਪਹਿਲਾ ਪੜਾਅ ਹੈ ਲਿਸਨਿੰਗ ਗੁਰਬਾਣੀ, ਭਾਵ ਗੁਰਬਾਣੀ ਸੁਣਨਾ। ਸਭ ਤੋਂ ਪਹਿਲਾਂ ਸਾਨੂੰ ਗੁਰਬਾਣੀ ਸੁਣਨੀ ਸ਼ੁਰੂ ਕਰਨੀ ਚਾਹੀਦੀ ਹੈ। ਲਗਭਗ 90% ਲੋਕ ਗੁਰਬਾਣੀ ਸੁਣਦੇ ਹਨ, ਭਾਵੇਂ ਉਹ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਜਾ ਕੇ ਸੁਣਦੇ ਹੋਣ ਜਾਂ ਫਿਰ ਟੇਪ ਰਿਕਾਰਡਰ, ਟੈਲੀਵਿਜ਼ਨ, ਰੇਡੀਓ ਰਾਹੀਂ। ਹੋਰ ਵੀ ਬਹੁਤਿਆਂ ਦੇ ਕੰਨੀ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰਾਂ ਰਾਹੀਂ ਬਾਣੀ ਪੈਂਦੀ ਰਹਿੰਦੀ ਹੈ। ਇਹ ਪਹਿਲਾ ਪੜਾਅ ਹੈ ਜੋ ਕਿ ਚੇਤ, ਅਚੇਤ ਜਾਂ ਸੁਚੇਤ ਰੂਪ ਵਿੱਚ ਹਾਸਲ ਕਰ ਸਕਦੇ ਹਾਂ। ਗੁਰਬਾਣੀ ਸੁਣਨ ਬਾਰੇ ਗੁਰੂ ਜੀ ਫਰਮਾਉਂਦੇ ਹਨ, ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਕਿ ਹੇ ਮੇਰਿਓ ਕੰਨੋ ਤੁਹਾਨੂੰ ਸਤਿਨਾਮ ਸੁਣਨ ਲਈ ਇਸ ਸੰਸਾਰ ਤੇ ਭੇਜਿਆ ਗਿਆ ਹੈ। ਇਸ ਤੋਂ ਅਗਲਾ ਪੜਾਅ ਹੈ ਰੀਡਿੰਗ ਗੁਰਬਾਣੀ, ਭਾਵ ਗੁਰਬਾਣੀ ਪੜ੍ਹਨੀ। ਗੁਰਬਾਣੀ ਸੁਣਨ ਨਾਲ ਸਾਡੇ ਮਨ ਵਿੱਚ ਪ੍ਰੇਮ ਜਾਗਦਾ ਹੈ ਤੇ ਸਾਨੂੰ ਗੁਰਬਾਣੀ ਪੜ੍ਹਨੀ ਆਰੰਭ ਕਰਨੀ ਚਾਹੀਦੀ ਹੈ। ਕਈਆਂ ਨੇ ਸਕੂਲਾਂ, ਕਾਲਜਾਂ ਦੀ ਪੜ੍ਹਾਈ ਦੇ ਸਿਲੇਬਸ ਜਾਂ ਘਰ ਵਿੱਚ ਮਾਤਾ-ਪਿਤਾ ਦੇ ਕਹਿਆਂ ਗੁਰਬਾਣੀ ਪੜ੍ਹੀ। ਹੋਰਨਾਂ ਕਈਆਂ ਨੇ ਇਸ਼ਤਿਹਾਰਾਂ, ਪੁਸਤਕਾਂ ਤੇ ਅਖਬਾਰਾਂ ਰਾਹੀਂ ਬਾਣੀ ਦੇ ਫੁਰਮਾਨ ਪੜ੍ਹੇ। ਇਹ ਦੂਜਾ ਪੜਾਅ ਹੈ। ਇਹ ਵੀ ਅਸੀਂ ਸਹਿਜ ਸੁਭਾਅ ਹਾਸਲ ਕਰ ਸਕਦੇ ਹਾਂ। ਇਸ ਬਾਰੇ ਗੁਰੂ ਜੀ ਫਰਮਾਉਂਦੇ ਹਨ, ਆਇਓ ਸੁਣਨ ਪੜ੍ਹਨ ਕੋ ਬਾਣੀ, ਕਿ ਪ੍ਰਾਣੀ ਗੁਰਾਂ ਦੀ ਬਾਣੀ ਸਰਵਣ ਅਤੇ ਉਚਾਰਨ ਕਰਨ ਲਈ ਇਸ ਜਗ ਤੇ ਆਇਆ ਹੈ। ਤੀਸਰਾ ਪੜਾਅ ਹੈ ਸਿੰਗਿੰਗ ਗੁਰਬਾਣੀ, ਭਾਵ ਗੁਰਬਾਣੀ ਗਾਉਣੀ। ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਸੁਣੀ। ਗੁਰਬਾਣੀ ਸੁਣਨ ਦੇ ਨਾਲ ਸਾਡੇ ਅੰਦਰ ਪ੍ਰੇਮ ਪੈਦਾ ਹੋਇਆ ਤੇ ਅਸੀਂ ਗੁਰਬਾਣੀ ਪੜ੍ਹਨੀ ਆਰੰਭ ਕਰ ਦਿੱਤੀ। ਇਸ ਤੋਂ ਬਾਅਦ ਅਸੀਂ ਗੁਰਬਾਣੀ ਨੂੰ ਗਾਉਣਾ ਹੈ। ਊਠਤ ਬੈਠਤ ਚਲਿਤ ਹਰ ਵੇਲੇ ਗੁਰਬਾਣੀ ਨੂੰ ਗੁਣਗੁਣਾਉਣਾ ਹੈ। ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ, ਊਠਤ ਬੈਠਤ ਹਰ ਹਰ ਧਿਆਈਐ, ਅਨਦਿਨ ਸੁਕ੍ਰਿਤ ਕਰੀਏ, ਕਿ ਅਸੀਂ ਉੱਠਦਿਆਂ ਬਹਿੰਦਿਆਂ ਉਸ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਰਾਤ ਦਿਨ ਸ਼ੁਭ ਕਰਮ ਕਮਾਉਣੇ ਹਨ। ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਹੈ। ਇਸ ਤਰ੍ਹਾਂ ਤੀਸਰਾ ਪੜਾਅ ਵੀ ਹਾਸਲ ਕਰ ਲੈਂਦੇ ਹਾਂ। ਪਹਿਲੇ 3 ਪੜਾਅ ਬਹੁਤਿਆਂ ਨੇ ਹਾਸਲ ਕਰ ਲਏ ਹਨ। ਕਿਣਕਾ ਮਾਤਰ ਉਦਮ ਨਾਲ ਉਪਰੋਕਤ ਅਵਸਥਾਵਾਂ ਹਾਸਲ ਹੋ ਜਾਂਦੀਆਂ ਹਨ, ਪਰ ਅਨੇਕਾਂ ਉਦਮ ਵੀ ਹੋਣੇ ਅਤੇ ਪਾਤਸ਼ਾਹ ਦੀ ਬਖਸ਼ਿਸ਼ ਤੋਂ ਸਖਤਾਣੀ ਇਸ ਤੋਂ ਅਗਾਂਹ ਨਹੀਂ ਵੱਧ ਸਕੇ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਇਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਕਿ ਤੁਸੀਂ ਆਓ ਹੇ ਸੱਚੇ ਗੁਰੂ ਦੇ ਪਿਆਰੇ ਮੁਰੀਦੋ, ਸੱਚੀ ਗੁਰਬਾਣੀ ਦਾ ਕੀਰਤਨ ਕਰੋ। ਚੌਥਾ ਪੜਾਅ ਹੈ ਅੰਡਰਸਟੈਂਡਿੰਗ ਗੁਰਬਾਣੀ, ਭਾਵ ਗੁਰਬਾਣੀ ਨੂੰ ਸਮਝਣਾ। ਯਕੀਨਨ ਇਹ ਪੜਾਅ ਔਖਾ ਹੈ, ਪਰ ਬਹੁਤ ਜ਼ਰੂਰੀ ਵੀ ਹੈ। ਵਿਰਲੇ ਹਨ ਜੋ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਨ। ਸੁਣਨਾ, ਪੜ੍ਹਨਾ ਜਾਂ ਗਾਉਣਾ ਬਹੁਤਿਆਂ ਦੇ ਹਿੱਸੇ ਆਇਆ ਹੈ, ਪਰ ਅਸੀਂ ਕੀ ਸੁਣ ਰਹੇ ਹਾਂ, ਕੀ ਪੜ੍ਹ ਰਹੇ ਹਾਂ ਤੇ ਕੀ ਗਾ ਰਹੇ ਹਾਂ, ਇਹ ਵਿਰਲਿਆਂ ਨੇ ਹੀ ਸੋਚਿਆ ਹੈ। ਇਸ ਲਈ ਸਾਨੂੰ ਇਹ ਸੋਚਣਾ ਸਮਝਣਾ ਸ਼ੁਰੂ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਬਾਣੀ ਨੂੰ ਸਮਝਣ ਦਾ ਯਤਨ ਆਰੰਭ ਕਰ ਦਿੱਤਾ ਹੈ, ਉਹ ਅਗਲੇ ਪੜਾਅ ਵੀ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਹਨ। ਇਹ ਪਹਿਲੇ 3 ਪੜਾਵਾਂ ਅਤੇ ਅਗਲੇ 4 ਪੜਾਵਾਂ ਨੂੰ ਜੋੜਨ ਵਾਲਾ ਪੁਲ ਹੈ। ਇਸ ਬਾਰੇ ਗੁਰੂ ਜੀ ਫਰਮਾਉਂਦੇ ਹਨ, ਹਰ ਮੁਖ ਪਾਠ ਪੜ੍ਹੈ ਵਿਚਾਰ, ਕਿ ਤੂੰ ਆਪਣੇ ਮੂੰਹ ਨਾਲ ਹਰੀ ਦੀ, ਉਸ ਪਰਮਾਤਮਾ ਦੀ ਵਾਰਤਾਵਾਜ਼ ਅਤੇ ਇਸ ਦੀ ਸੋਚ ਵਿਚਾਰ ਕਰ। ਪਰ ਭਾਵ ਕਿ ਸਾਨੂੰ ਗੁਰਬਾਣੀ ਨੂੰ ਸੋਚ ਵਿਚਾਰ ਕੇ ਸਮਝ ਕੇ ਪੜ੍ਹਨਾ ਚਾਹੀਦਾ ਹੈ। ਪੰਜਵਾਂ ਪੜਾਅ ਹੈ ਫੋਲੋਇੰਗ ਗੁਰਬਾਣੀ, ਭਾਵ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਸਭ ਤੋਂ ਪਹਿਲਾਂ ਅਸੀਂ ਗੁਰਬਾਣੀ ਨੂੰ ਸੁਣਿਆ, ਪੜ੍ਹਿਆ, ਗਾਇਆ, ਸਮਝਿਆ ਅਤੇ ਫਿਰ ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੈ। ਉਸ ਅਨੁਸਾਰ ਆਪਣਾ ਜੀਵਨ ਜਿਉਣਾ ਹੈ। ਜੋ ਜੋ ਗੁਰੂ ਸਾਹਿਬ ਹੁਕਮ ਕਰਦੇ ਹਨ, ਅਸੀਂ ਉਹ ਹੀ ਕਮਾਉਣਾ ਹੈ।
ਜੋ ਗੁਰੂ ਜੀ ਦਾ ਹੁਕਮ ਹੈ ਉਹੀ ਕਾਰ ਕਰਨੀ ਹੈ, ਗੁਰੂ ਚਾਲੀ ਚੱਲਣਾ ਹੈ। ਇਸ ਬਾਰੇ ਗੁਰਬਾਣੀ ਦਾ ਫਰਮਾਨ ਹੈ, ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ, ਕਿ ਗੁਰੂ ਦੀ ਸ਼ਰਨ ਪੈ ਕੇ ਗੁਰੂ ਦਾ ਸ਼ਬਦ ਕਮਾਉਣਾ ਚਾਹੀਦਾ ਹੈ। ਭਾਵ ਸ਼ਬਦ ਅਨੁਸਾਰ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਮਨ ਵਿੱਚ ਆ ਵਸਦਾ ਹੈ। ਛੇਵਾਂ ਪੜਾਅ ਹੈ ਫੀਲਿੰਗ ਗੁਰਬਾਣੀ, ਭਾਵ ਗੁਰਬਾਣੀ ਨੂੰ ਮਹਿਸੂਸ ਕਰਨਾ। ਉਪਰੋਕਤ 5 ਪੜਾਵਾਂ ਤੱਕ ਪੁੱਜੇ ਪ੍ਰਾਣੀਆਂ ਵਿੱਚੋਂ ਅੱਧੇ ਤੋਂ ਵੀ ਘੱਟ ਇਸ ਪੜਾਅ ਤੇ ਪੁੱਜੇ ਹਨ। ਕਦਮ ਕਦਮ ਤੇ ਵਾਹਿਗੁਰੂ ਜੀ ਸੇਵਕ ਦੇ ਨਿਕਟ ਹੋ ਕੇ ਵਰਤਦੇ ਹਨ। ਇਸ ਪੜਾਅ ਤੇ ਹਰ ਗੱਲ ਵੇਲੇ ਗੁਰਬਾਣੀ ਫਰਮਾਨ ਚੇਤੇ ਆ ਜਾਂਦਾ ਹੈ। ਗੁਰਬਾਣੀ ਪਲ ਪਲ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸ ਬਾਰੇ ਗੁਰੂ ਜੀ ਫਰਮਾਉਂਦੇ ਹਨ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤਿ ਸਦਾ ਸੰਭਾਲੇ। ਕਿ ਹੇ ਭਾਈ, ਮੇਰਾ ਗੁਰੂ ਸਦਾ ਮੇਰੇ ਨਾਲ ਵਸਦਾ ਹੈ, ਮੇਰੇ ਅੰਗ ਸੰਗ ਰਹਿੰਦਾ ਹੈ। ਗੁਰੂ ਦੀ ਹੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਸਦਾ ਸਿਮਰ ਕੇ ਸਦਾ ਆਪਣੇ ਮਨ ਵਿੱਚ ਵਸਾਈ ਰੱਖਦਾ ਹਾਂ। ਅਗਲਾ ਪੜਾਅ ਹੈ ਇੰਜੋਇੰਗ ਗੁਰਬਾਣੀ, ਭਾਵ ਗੁਰਬਾਣੀ ਦਾ ਆਨੰਦ ਮਾਣਨਾ, ਵਿਗਾਸ ਵਿੱਚ ਰਹਿਣਾ। ਅਬਿਨਾਸੀ ਖੇਮ, ਭਾਵ ਨਾ ਬਿਨਸਣ ਵਾਲਾ ਆਨੰਦ ਬਣਿਆ ਰਹਿਣਾ। ਸਦਾ ਚੜ੍ਹਦੀ ਕਲਾ ਦੀ ਇਹ ਅਵਸਥਾ ਕੋਟਾਨ ਕੋਟ ਵਿੱਚ ਕਿਸੇ ਵੇਲੇ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸ ਬਾਰੇ ਗੁਰਬਾਣੀ ਦਾ ਫਰਮਾਨ ਹੈ, ਅਬਿਨਾਸੀ ਖੇਮ ਚਾਹਹਿ ਜੇ ਨਾਨਕ, ਸਦਾ ਸਿਮਰ ਨਾਰਾਇਣ। ਕਿ ਹੇ ਨਾਨਕ, ਜੇਕਰ ਤੂੰ ਸਦੀਵੀ ਖੁਸ਼ੀ ਲੋੜਦਾ ਹੈ ਤਾਂ ਤੂੰ ਹਮੇਸ਼ਾ ਹੀ ਸਰਬ ਵਿਆਪਕ ਸੁਆਮੀ ਦਾ ਆਰਾਧਨ ਕਰ, ਉਸ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖ। ਲਾਸਟ ਪੜਾਅ ਹੈ ਜੀ ਬੀਇੰਗ ਗੁਰਬਾਣੀ, ਭਾਵ ਗੁਰਬਾਣੀ ਦਾ ਹੀ ਰੂਪ ਬਣ ਜਾਣਾ। ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਜੀ ਦੀ ਹੀ ਸਿਫਤ ਸਲਾਹ ਵਿੱਚ ਮਸਤ ਹੋ ਜਾਣਾ। ਇਸ ਬਾਰੇ ਗੁਰਬਾਣੀ ਦਾ ਫਰਮਾਨ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਕਿ ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ, ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫਤ ਸਲਾਹ ਹੈ। ਤੇ ਸਤਿਗੁਰੂ ਦੀ ਬਾਣੀ ਰਾਹੀਂ ਸਤ ਸਰੂਪ ਬਣ ਜਾਈਦਾ ਹੈ, ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿੱਚ ਹੀ ਸਮਾ ਜਾਂਦਾ ਹੈ। ਧੰਨ ਹਨ ਉਹ ਜੋ ਨਿਰੰਤਰ ਇਸ ਅੰਤਮ ਪੜਾਅ ਤੇ ਪੁੱਜਣ ਲਈ ਯਤਨਸ਼ੀਲ ਹਨ ਤੇ ਗੁਰਬਾਣੀ ਦੇ ਆਨੰਦ ਮਾਣਦੇ ਹਨ। ਉਦਮ ਕਰੀਏ ਤੇ ਪਰਮਾਤਮਾ ਅੱਗੇ ਸੱਚੇ ਦਿਲੋਂ ਅਰਦਾਸ ਕਰੀਏ ਤਾਂ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਵਿਚਾਰ ਕਰਦਿਆਂ ਕੋਲੋਂ ਅਣਗਿਣਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੀ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬੇਟੀ ਦਾ ਬਹੁਤ ਬਹੁਤ ਧੰਨਵਾਦ। ਇਉਂ ਲੱਗਦਾ ਸੀ ਜਿਵੇਂ ਪੜਾ ਜਿਵੇਂ ਬੋਲੀ ਜਾ ਰਹੇ ਸੀ ਵੀ ਇਵੇਂ ਚੜ੍ਹਨਾ ਹੈ, ਇਵੇਂ ਅੱਗੇ ਪਹੁੰਚਣਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਜਿੰਨੇ ਵੀ ਜੁੜੇ ਆ ਆਪਾਂ ਇਹਨਾਂ ਪੜਾਵਾਂ ਤੱਕ ਪਹੁੰਚੀਏ, ਕੋਸ਼ਿਸ਼ ਕਰੀਏ ਅੱਗੇ ਗੁਰੂ ਦੀ ਕਿਰਪਾ ਦੇ ਨਾਲ ਪਹੁੰਚਿਆ ਜਾਣਾ ਹੈ। ਸੋ ਹੁਣ ਆਪਾਂ ਅਗਲੇ ਸੈਸ਼ਨ ਵੱਲ ਵਧਦੇ ਹਾਂ ਜੀ। ਤੀਸਰਾ ਸੈਸ਼ਨ ਹੈ ਜੋਤੀ ਜੀ, ਜਿਨ੍ਹਾਂ ਦੇ ਵਿਸ਼ਾ ਹੈ ਦਸਤਾਰ ਕਿ ਟੋਪੀ। ਇਹ ਫਰੀਦਕੋਟ ਜ਼ੋਨ ਤੋਂ 4726 EPP ਨੰਬਰ ਹੈ। ਸੋ ਇਹਨਾਂ ਨੂੰ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੋਤੀ EPP ਨੰਬਰ 9726 ਫਰੀਦਕੋਟ ਜ਼ੋਨ ਤੋਂ ਬਿਲੋਂਗ ਕਰਦੀ ਹਾਂ। ਮੇਰੇ ਜ਼ੋਨ ਦੇ ਵਾਈਸਿਸ ਨੇ ਬਲਜਿੰਦਰ ਜੀ ਤੇ ਪਰਮਜੀਤ ਜੀ, ਜਿਨ੍ਹਾਂ ਨੇ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਮੈਨੂੰ ਅੱਜ ਇੱਥੇ ਬੋਲਣ ਦਾ ਮੌਕਾ ਦਿੱਤਾ। ਮੈਂ ਆਪਣੀ +2 92% ਮਾਰਕਸ ਨਾਲ 2019-20 ਸੈਸ਼ਨ ਵਿੱਚ ਕੰਪਲੀਟ ਕੀਤੀ ਹੈ ਤੇ ਨਾਲ ਹੀ ਮੈਂ ਰੈਸਲਿੰਗ ਗੇਮ ਦੀ ਪਲੇਅਰ ਵੀ ਰਹੀ ਹਾਂ। ਮੈਂ ਨੈਸ਼ਨਲ ਗੇਮਸ ਆਫ ਇੰਡੀਆ ਮਹਾਰਾਸ਼ਟਰ ਵਿੱਚ ਪਾਰਟਿਸਿਪੇਟ ਵੀ ਕੀਤਾ ਹੈ। ਸੋ ਮੈਂ ਜਸਵਿੰਦਰ ਜੀ ਅੰਕਲ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਆਪਣਾ ਸਟੂਡੈਂਟ ਬਣਾ ਕੇ ਬਹੁਤ ਹੀ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਸੋ ਹੁਣ ਮੈਂ ਆਪਣੇ ਟੌਪਿਕ ਬਾਰੇ ਦੱਸਣਾ ਚਾਹੁੰਦੀ ਹਾਂ। ਮੇਰਾ ਵਿਸ਼ਾ ਹੈ ਦਸਤਾਰ ਅਤੇ ਟੋਪੀ, ਜਿਸ ਵਿੱਚ ਸਿੱਖ ਦੀ ਦਸਤਾਰ ਅਤੇ ਪੱਛਮੀ ਸੱਭਿਅਤਾ ਦੀ ਟੋਪੀ ਦਾ ਜ਼ਿਕਰ ਕੀਤਾ ਹੈ। ਸੋ ਆਓ, ਅੱਜ ਦੇ ਕੁਝ ਵੀਰਾਂ ਨੇ ਸਿਰ ਉੱਤੇ ਦਸਤਾਰ ਉਤਾਰ ਕੇ ਟੋਪੀ ਧਾਰਨ ਕਰ ਲਈ ਹੈ, ਜੋ ਕਿ ਇਹ ਨਹੀਂ ਜਾਣਦੇ ਕਿ ਉਹ ਸਿੱਖ ਪਰਿਵਾਰ ਦੇ ਬੱਚੇ ਹਨ ਤੇ ਉਹਨਾਂ ਨੂੰ ਇਹ ਸਰਦਾਰੀ, ਗੁਰਮੁਖ ਸਾਹਿਬ, ਸਵੈਮਾਨ ਅਤੇ
ਗੁਰਮੁਖਤਾਰੀ ਦਾ ਚਿੰਨ੍ਹ ਜੋ ਕਿ ਦਸਤਾਰ ਹੈ, ਗੁਰੂ ਸਾਹਿਬਾਂ ਦੀ ਵੱਡੀ ਬਖਸ਼ਿਸ਼ ਹੈ। ਪਰ ਉਹ ਇਸ ਚਿੰਨ੍ਹ ਨੂੰ ਉਤਾਰ ਕੇ ਮਨੁੱਖਤਾਹੀਣਤਾ ਅਤੇ ਗੁਲਾਮੀ ਟੋਪੀ ਸਿਰ ਤੇ ਧਾਰ ਲੈਂਦੇ ਹਨ। ਜੇਕਰ ਆਪਾਂ ਵੇਖੀਏ ਤਾਂ ਅੱਜ ਦੇ ਸਿੱਖ ਨੌਜਵਾਨ ਨੇ ਸਿਰ ਤੋਂ ਦਸਤਾਰ, ਪੱਗੜੀ, ਸਾਫਾ, ਇਮਾਮਾ, ਸਿਰ ਪਾਓ ਸਿਰ ਤੋਂ ਹਟਾ ਦਿੱਤਾ ਹੈ, ਜੋ ਕਿ ਗੁਰਾਂ ਦਾ ਦਿੱਤਾ ਤਾਜ ਹੈ। ਗੁਰਸਿੱਖ ਬੱਚਿਆਂ ਦਾ ਕੇਸ ਕਤਲ ਕਰਵਾਉਣਾ ਉਹਨਾਂ ਅਨੁਸਾਰ ਕੁਝ ਵੀ ਨਹੀਂ, ਪਰ ਯਕੀਨਨ ਗੁਰੂ ਤੋਂ ਬੇਮੁਖ ਹੋ ਕੇ ਕੇਸ ਕਤਲ ਕਰਵਾਉਣ ਵਾਲੀ ਗੱਲ ਬੜੀ ਹੀ ਵੱਡੀ ਗਲਤੀ ਹੈ। ਇਸ ਗੱਲ ਤੋਂ ਇਨਕਾਰਿਆ ਨਹੀਂ ਜਾ ਸਕਦਾ ਕਿ ਜਿਸ ਕਿਸੇ ਨੇ ਵੀ ਕੇਸ ਕਟਾਏ ਹਨ, ਉਸਦੀ ਸ਼ੁਰੂਆਤ ਸਿਰ ਤੇ ਟੋਪੀ ਰੱਖਣ ਅਤੇ ਸਿਰ ਤੇ ਦਸਤਾਰ ਨਾ ਸਜਾਉਣ ਨਾਲ ਹੀ ਹੋਈ ਹੈ। ਕੇਸਾਂ ਦੀ ਨਿਰਾਦਰੀ ਕਰਨ ਦਾ ਇਹ ਇੱਕ ਸਭ ਤੋਂ ਸੌਖਾ ਤਰੀਕਾ ਹੈ। ਕੇਸ ਤਾਂ ਰੱਖ ਲੈਣੇ ਪਰ ਦਸਤਾਰ ਨਾ ਸਜਾਉਣੀ। ਯਕੀਨਨ ਸਾਰੇ ਆਪਣੀ ਇਸ ਗਲਤੀ ਦਾ ਅਨੁਭਵ ਨਹੀਂ ਕਰ ਸਕੇ। ਉਹ ਜਾਣੇ ਅਣਜਾਣੇ ਐਸੀ ਗਲਤੀ ਅਤੇ ਦੋਸ਼ੀ ਬਣ ਗਏ ਜਿਸ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ। ਅੱਜ ਅਸੀਂ ਆਉਣ ਵਾਲੇ ਭਵਿੱਖ ਬਾਰੇ ਸੋਚ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਇਸ ਗੁਨਾਹ ਨੂੰ ਕਰਕੇ ਆਉਣ ਵਾਲੀ ਪੀੜ੍ਹੀ ਦਾ ਨਾਤਾ ਕੇਵਲ ਇਸ ਅਕਾਲ ਨਾਲ ਜੁੜੇ ਅਬਿਨਾਸੀ ਖਾਲਸੇ ਦੇ ਨਿਆਰੇਪਣ ਨਾਲੋਂ ਤੋੜ ਕੇ ਜਗਤ ਚੁਰਾਸੀ ਵਿੱਚ ਸ਼ਾਮਲ ਕਰ ਦਿੰਦੇ ਹਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ ਹੈ ਕਿ ਜਿਹੜਾ ਦਰਖਤ ਨਾਲੋਂ ਟੁੱਟ ਜਾਂਦਾ ਹੈ, ਉਸਨੇ ਸੁੱਕ ਸੜ ਜਾਣਾ ਹੈ। ਜੋ ਜੋ ਸੰਤ ਸਰਾਪਿਆ ਸੋ ਫਿਰੇ ਪਵੰਦੇ, ਪੇੜ ਮੰਡਾਹੂ ਕੱਟਿਆ ਇਸ ਡਾਲ ਸੁਕੰਦੇ। ਜੇਕਰ ਅਸੀਂ ਵੀਰਾਂ ਦੀ ਗੱਲ ਕਰੀਏ ਤਾਂ ਉਹ ਵੀ ਕੇਸ ਰੱਖੇ ਹੋਣ ਦੇ ਬਾਵਜੂਦ ਸਿਰ ਤੇ ਦਸਤਾਰ ਦੀ ਜਗ੍ਹਾ ਟੋਪੀ ਲਾ ਲੈਂਦੇ ਹਨ, ਜੋ ਕਿ ਗੁਨਾਹਾਂ ਦੇ ਭਾਗੀਦਾਰ ਬਣਦੇ ਹਨ। ਉਸੇ ਤਰ੍ਹਾਂ ਮੇਰੀਆਂ ਭੈਣਾਂ ਵੀ ਇਸ ਗੁਨਾਹ ਵਿੱਚ ਸ਼ਾਮਿਲ ਹੁੰਦੀਆਂ ਹਨ। ਬਹੁਤੀਆਂ ਭੈਣਾਂ ਤਾਂ ਦਸਤਾਰ ਸਜਾਉਂਦੀਆਂ ਹਨ, ਜੋ ਕਿ ਗੁਰੂ ਦਾ ਕਹਿਣਾ ਮੰਨਦੀਆਂ ਹਨ, ਪਰ ਜੋ ਭੈਣਾਂ ਦਸਤਾਰ ਨਹੀਂ ਸਜਾਉਂਦੀਆਂ ਤੇ ਸਿਰ ਤੇ ਚੁੰਨੀ ਰੱਖਣਾ ਵੀ ਭਾਰ ਸਮਝਦੀਆਂ ਹਨ, ਉਹ ਗੁਰੂ ਦਾ ਕਹਿਣਾ ਨਹੀਂ ਮੰਨਦੀਆਂ। ਇਸ ਤਰ੍ਹਾਂ ਕੇਸ ਰੱਖ ਕੇ ਦਸਤਾਰ ਦੀ ਜਗ੍ਹਾ ਟੋਪੀ ਰੱਖਣਾ ਗੁਰੂ ਦੇ ਦਰ ਤੇ ਤਨਖਾਹੀਏ ਮਨੁੱਖਤਾ ਵਾਲੀ ਦਿਸਦੀ ਹੈ। ਉਸੇ ਤਰ੍ਹਾਂ ਭੈਣਾਂ ਲਈ ਵੀ ਦੁਪੱਟੇ ਨੂੰ ਵਿਸਾਰ ਕਰਕੇ ਦੁਪੱਟਾ ਨਾ ਲੈਣਾ ਤੇ ਸਜਾਉਣਾ ਆਪਣੀ ਆਉਣ ਵਾਲੀ ਨਸਲ ਚੋਂ ਮਰਿਆਦਾ ਖਤਮ ਕਰਨਾ ਹੈ। ਸੋ ਆਓ ਆਪਾਂ ਸਭ ਭੈਣਾਂ ਤੇ ਵੀ ਉਸ ਅਕਾਲ ਪੁਰਖ ਨਾਲ ਜੁੜੀਏ ਅਤੇ ਗੁਰੂ ਸਾਹਿਬਾਨਾਂ ਨਾਲ ਪ੍ਰਣ ਕਰੀਏ ਕਿ ਗੁਰੂ ਵੱਲੋਂ ਦਿੱਤੀ ਮਿਹਰ ਕੇਸ ਰੂਪੀ ਦਸਤਾਰ ਨੂੰ ਸਜਾਵਾਂਗੇ ਤੇ ਕਦੇ ਵੀ ਕੇਸਾਂ ਦਾ ਨਿਰਾਦਰ ਨਹੀਂ ਕਰਾਂਗੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਨਾਤਾ ਤੇ ਦਸਤਾਰ ਨਾਲ ਹਮੇਸ਼ਾ ਜੋੜੇ ਰੱਖਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬੇਟੀ ਨੇ ਦੱਸਿਆ ਦਸਤਾਰ ਟੋਪੀ। ਕਈ ਬੱਚੇ ਇਸੇ ਕਰਕੇ ਕੇਸ ਕਤਲ ਕਰਵਾ ਦਿੰਦੇ ਕਿ ਉਹਨਾਂ ਨੂੰ ਦਸਤਾਰ ਨਹੀਂ ਸਜਾਉਣੀ ਆਉਂਦੀ ਤੇ ਜਾਂ ਦਸਤਾਰ ਸਿੱਖਦੇ ਨਹੀਂ ਬੰਨਣੀ। ਵੱਡੀ ਉਮਰ ਦੇ ਵਿੱਚ ਜਾ ਕੇ ਫਿਰ ਉਹਨਾਂ ਨੂੰ ਏਦਾਂ ਲੱਗਦਾ ਵੀ ਚਲੋ ਦਸਤਾਰ ਦੀ ਲੋੜ ਨਹੀਂ, ਹੁਣ ਕੇਸ ਕਤਲ ਕਰਵਾ ਦਿੰਦੇ ਆ। ਜਾਂ ਛੋਟੇ ਹੁੰਦਿਆਂ ਹੀ ਕਈ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਧਾਰਮਿਕ ਟੀਚਰ ਜਾਂ ਆਪਾਂ ਜਾਂਦੇ ਆ ਤਾਂ ਉਹਨਾਂ ਸਕੂਲਾਂ ਦੇ ਵਿੱਚ ਤਕਰੀਬਨ 6ਵੀਂ ਕਲਾਸ ਤੋਂ ਜਿਹੜੀ ਦਸਤਾਰ ਲਾਗੂ ਹੋ ਜਾਂਦੀ ਹੈ। ਉਹ ਇਸੇ ਕਰਕੇ ਹੁੰਦੀ ਹੈ ਕਿ 6ਵੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਦਸਤਾਰ ਸਜਾਉਣੀ ਆ ਜਾਂਦੀ ਹੈ, ਸਿੱਖ ਜਾਂਦੇ ਆ ਤੇ ਉਹਨਾਂ ਨੂੰ ਆਦਤ ਬਣ ਜਾਂਦੀ ਹੈ, ਉਹਨਾਂ ਦੇ ਸੰਸਕਾਰ ਬਣ ਜਾਂਦੇ ਆ। ਸੋ ਸਾਰੇ ਹੀ ਸਿੱਖ ਬੱਚਿਆਂ ਨੂੰ ਜਿਹੜੀ ਦਸਤਾਰ ਹੈ ਉਹ 6ਵੀਂ ਕਲਾਸ ਤੋਂ, ਚੌਥੀ 5ਵੀਂ ਕਲਾਸ ਤੋਂ ਸਜਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਤਾਂ ਕਿ ਜਦੋਂ ਤੱਕ ਉਹਨਾਂ ਨੇ ਵੱਡੇ ਹੋਣਾ ਤੇ ਉਦੋਂ ਤੱਕ ਉਹਨਾਂ ਨੂੰ ਸੋਹਣੀ ਦਸਤਾਰ ਸਜਾਉਣੀ ਆਵੇਗੀ ਤੇ ਦਸਤਾਰ ਦੇ ਨਾਲ ਪਿਆਰ ਵੀ ਬਣ ਜਾਵੇਗਾ। ਸੋ ਬੇਟੀਆਂ ਦੇ ਲਈ ਵੀ ਜ਼ਰੂਰੀ ਹੈ ਕਿ ਚੁੰਨੀ ਹੈ ਜਿਹੜੀ ਉਹ ਸ਼ਿੰਗਾਰ ਵੀ ਹੈ, ਇੱਜ਼ਤ ਵੀ ਹੈ, ਤੇ ਇਹ ਜ਼ਰੂਰੀ ਹੈ ਕਿ ਸਾਡੇ ਕੋਲ ਸਿਰ ਤੇ ਹੈ ਜਿਹੜੀ ਚੁੰਨੀ ਦੁਪੱਟਾ ਹੋਣਾ ਜ਼ਰੂਰੀ ਹੈ। ਪਰ ਇੱਥੇ ਮਾਪਿਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਕਈ ਸਕੂਲਾਂ ਦੇ ਵਿੱਚ ਵੀ ਜਿਹੜੀ ਚੁੰਨੀ ਆ ਉਹ ਅਲਾਉਡ ਨਹੀਂ ਹੈਗੀ, ਵਰਦੀ ਦੇ ਨਾਲ ਹੀ ਅਟੈਚ ਕਰ ਦਿੱਤੀ ਹੈ ਵੀ ਚੁੰਨੀ ਦੀ ਲੋੜ ਹੀ ਨਹੀਂ ਹੈਗੀ। ਇਸ ਤਰ੍ਹਾਂ ਕਰਕੇ ਉਹ ਮਾਂ ਬਾਪ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਜਿੱਥੇ ਵਰਦੀ ਦੇ ਨਾਲ ਚੁੰਨੀ ਕੰਪਲਸਰੀ ਨਹੀਂ ਹੈਗੀ ਹੈ, ਉੱਥੇ ਉਹਨਾਂ ਨੂੰ ਸੁਚੇਤ ਹੋ ਕੇ ਮੈਨੇਜਮੈਂਟ ਦੇ ਨਾਲ ਅੱਗੇ ਹੋ ਕੇ ਗੱਲ ਕਰਨੀ ਪਵੇਗੀ ਕਿ ਬੱਚਿਆਂ ਨੂੰ ਚੁੰਨੀ ਜ਼ਰੂਰੀ ਹੈ। ਇਹ ਸਾਡਾ ਵਿਰਸਾ ਹੈ, ਸਾਡੇ ਵਿਰਸੇ ਨਾਲੋਂ ਤੋੜਨਾ ਕਿਸੇ ਦਾ ਹੱਕ ਨਹੀਂ ਹੈ ਕਿ ਸਾਨੂੰ ਵਿਰਸੇ ਨਾਲ ਤੋੜੇ। ਪਰ ਜੇ ਅਸੀਂ ਆਪ ਸੁਚੇਤ ਹੈ ਤੇ ਸਾਨੂੰ ਕੋਈ ਤੋੜ ਨਹੀਂ ਸਕਦਾ। ਜੇ ਅਸੀਂ ਸੁਚੇਤ ਨਹੀਂ, ਭੁੱਲੇ ਹੋਏ ਆ, ਸੁੱਤੇ ਹੋਏ ਆ, ਤਾਂ ਫਿਰ ਇਹ ਸਾਜ਼ਿਸ਼ਾਂ ਅਧੀਨ ਹੀ ਅਸੀਂ ਆਪਣੇ ਆਪ ਟੁੱਟ ਜਾਂਦੇ ਆ। ਸੋ ਅਗਲਾ ਸੈਸ਼ਨ ਲਵਾਂਗੇ ਜੀ ਆਪਾਂ। ਚੌਥਾ ਸੈਸ਼ਨ ਹੈ ਕਮਲਪ੍ਰੀਤ ਕੌਰ ਜੀ।
ईपीपी नंबर 15520 जोन गुरदासपुर। विशा है जी गुरु रामदास जी का जीवन। वाहिगुरु जी का खालसा वाहिगुरु जी की वाहिगुरु जी फतेह। की फतेह जी। मैम मेरा नाम कमलप्रीत कौर है। मेरा ईपीपी नंबर 15520 है। ਜ਼ੋਨ ਗੁਰਦਾਸਪੁਰ ਹੈ। ਮੈਂ ਐਜੂਕੇਟ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੋਲਣ ਦਾ ਮੌਕਾ ਦਿੱਤਾ। ਤੇ ਮੇਰਾ ਅੱਜ ਦਾ ਵਿਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੇ ਹੈ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਾਸੀ ਸ਼੍ਰੀ ਹਰਦਾਸ ਜੀ ਸੋਢੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 25 ਸਤੰਬਰ 1534 ਈਸਵੀ ਨੂੰ ਹੋਇਆ। ਪੰਜਾਬੀ ਸੱਭਿਆਚਾਰ ਵਿੱਚ ਪਲੇਠੇ ਭਾਵ ਪਹਿਲੇ ਪੁੱਤਰ ਨੂੰ ਜੇਠਾ ਪੁੱਤਰ ਵੀ ਆਖਿਆ ਜਾਂਦਾ ਹੈ। ਆਪ ਜੀ ਦੇ ਮਾਤਾ ਪਿਤਾ ਨੇ ਆਪ ਦਾ ਨਾਮ ਰਾਮਦਾਸ ਰੱਖਿਆ, ਪਰ ਆਪ ਦਾ ਨਾਮ ਜੇਠਾ ਜੀ ਕਰਕੇ ਪੁਕਾਰਿਆ ਜਾਣ ਲੱਗਾ। ਆਪ ਦੇ ਪਿਤਾ ਜੀ ਹਰੀਦਾਸ ਜੀ ਲਾਹੌਰ ਚੂਨਾ ਮੰਡੀ ਵਿਖੇ ਹੱਟੀ ਦਾ ਸਧਾਰਨ ਧੰਦਾ ਕਰਦੇ ਸਨ। ਇਤਿਹਾਸ ਦੇ ਪੱਖੋਂ ਵਿਸ਼ੇਸ਼ ਗੱਲ ਇਹ ਹੈ ਕਿ ਰਾਮਦਾਸ ਜੀ ਦੇ ਜਨਮ ਸਮੇਂ ਪਹਿਲੇ 3 ਗੁਰੂ ਸਾਹਿਬਾਨ ਸੰਸਾਰ ਵਿੱਚ ਸਰੀਰਕ ਤੌਰ ਤੇ ਮੌਜੂਦ ਸਨ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 65 ਸਾਲ ਦੀ ਸੀ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੀ ਉਮਰ 30 ਸਾਲ ਦੀ ਸੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਉਸ ਵੇਲੇ 55 ਸਾਲ ਦੇ ਸਨ। ਭਾਈ ਜੇਠਾ ਜੀ ਦੀ ਉਮਰ ਅਜੇ ਬਹੁਤ ਛੋਟੀ ਸੀ ਕਿ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਈ। ਅਜੇ ਉਹ 7 ਸਾਲ ਦੇ ਹੋਏ ਸਨ ਤਦ ਆਪ ਜੀ ਦੇ ਪਿਤਾ ਜੀ ਵੀ ਸੁਰਗਵਾਸ ਹੋ ਗਏ। ਘਰ ਵਿੱਚ ਹੋਰ ਕੋਈ ਵੱਡਾ ਨਹੀਂ ਸੀ। ਆਪ ਦਾ ਨਾਨਕਾ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੀ। ਆਪ ਜੀ ਦੇ ਬਚਪਨ ਵਿੱਚ ਹੀ ਆਪ ਜੀ ਨੂੰ ਛੋਟੀ ਉਮਰ ਵਿੱਚ ਹੀ ਬਚਪਨ ਦੀਆਂ ਗਲੀਆਂ ਛੱਡਣੀਆਂ ਪਈਆਂ ਤੇ ਆਪਣੀ ਨਾਨੀ ਜੀ ਨਾਲ ਬਾਸਰਕੇ ਜਾਣਾ ਪਿਆ। ਆਪ ਜੀ ਦੇ ਨਾਨਕੇ ਪਿੰਡ ਵਿੱਚ ਵੀ ਬਹੁਤ ਗਰੀਬੀ ਸੀ, ਇਸ ਲਈ ਆਪ ਨੂੰ ਛੋਟੀ ਉਮਰ ਵਿੱਚ ਹੀ ਛੋਲਿਆਂ ਦੀਆਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪਿਆ। ਸ੍ਰੀ ਗੁਰੂ ਅਮਰਦਾਸ ਜੀ ਵੀ ਬਾਸਰਕੇ ਪਿੰਡ ਦੇ ਹੀ ਸਨ। ਉਹਨਾਂ ਨੂੰ ਭਾਈ ਜੇਠਾ ਜੀ ਦੇ ਭੋਲੇਪਨ ਤੇ ਕੀਰਤੀ ਸੁਭਾਅ ਨੇ ਬਹੁਤ ਪ੍ਰਭਾਵਿਤ ਕੀਤਾ। ਉਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਨਵਾਂ ਉਸਰ ਰਿਹਾ ਸੀ। ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਨੂੰ ਗੋਇੰਦਵਾਲ ਲੈ ਆਏ। ਇੱਥੇ ਨਵੇਂ ਲੋਕਾਂ ਨੇ ਆਪਣੇ ਧੰਦੇ ਸ਼ੁਰੂ ਕਰ ਲਏ ਸਨ। ਭਾਈ ਜੇਠਾ ਜੀ ਨੇ ਵੀ ਘੁੰਗਣੀਆਂ ਵੇਚਣ ਵਾਲਾ ਧੰਦਾ ਗੋਇੰਦਵਾਲ ਆ ਕੇ ਸ਼ੁਰੂ ਕਰ ਲਿਆ। ਹੁਣ ਤੱਕ ਆਪ ਜਵਾਨੀ ਦੀ ਉਮਰ ਵਿੱਚ ਪ੍ਰਵੇਸ਼ ਕਰ ਚੁੱਕੇ ਸੀ। ਦੁਨੀਆ ਦੀਆਂ ਨਜ਼ਰਾਂ ਵਿੱਚ ਭਾਈ ਜੇਠਾ ਜੀ ਯਤੀਮ ਤੇ ਬੇਸਹਾਰਾ ਸਨ, ਪਰ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਵਿੱਚ ਆਪ ਦਾ ਸਤਿਕਾਰ ਧਰਮੀ ਤੇ ਕੀਰਤੀ ਨੌਜਵਾਨ ਕਰਕੇ ਸੀ। ਇਸ ਲਈ ਜਦ ਇੱਕ ਦਿਨ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਨੇ ਘਰ ਵਿੱਚ ਗੱਲ ਚਲਾਈ ਕਿ ਬੀਬੀ ਭਾਣੀ ਦੇ ਵਿਆਹ ਲਈ ਯੋਗ ਵਰ ਦੀ ਭਾਲ ਕੀਤੀ ਜਾਵੇ ਤਾਂ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਯੋਗ ਵਰ ਜਾਣਿਆ। ਇਹ ਇੱਕ ਧਰਮੀ ਜੀਵਨ ਵਾਲੇ ਸੱਚੀ ਕੀਰਤੀ ਦਾ ਸਤਿਕਾਰ ਸੀ। ਜਿਸ ਸਮੇਂ ਦੀ ਇਹ ਗੱਲ ਹੈ, ਉਸ ਸਮੇਂ ਲੜਕੀਆਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ, ਪਰ ਗੁਰੂ ਅਮਰਦਾਸ ਜੀ ਬਾਲ ਵਿਵਾਹ ਦੇ ਹੱਕ ਵਿੱਚ ਨਹੀਂ ਸਨ। ਇਸ ਲਈ ਉਹਨਾਂ ਨੇ ਆਪਣੀ ਪੁੱਤਰੀ ਦਾ ਵਿਆਹ ਪਰ ਜਵਾਨੀ ਦੀ ਉਮਰ ਵਿੱਚ ਕੀਤਾ। ਵਿਆਹ ਸਮੇਂ ਬੀਬੀ ਭਾਣੀ ਤੇ ਭਾਈ ਜੇਠਾ ਜੀ ਦੀ ਉਮਰ 20-22 ਸਾਲ ਦੇ ਕਰੀਬ ਸੀ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਸੇਵਾ, ਸਿਮਰਨ ਤੇ ਕੀਰਤ ਕਰਦਿਆਂ ਭਾਈ ਜੇਠਾ ਜੀ ਨੂੰ ਕਾਫੀ ਸਮਾਂ ਬੀਤ ਗਿਆ। ਉਸ ਸਮੇਂ ਗੁਰੂ ਅਮਰਦਾਸ ਜੀ ਦਾ ਵੱਡਾ ਜਵਾਈ ਭਾਈ ਰਾਮਾ ਜੀ ਵੀ ਬਹੁਤ ਆਗਿਆਕਾਰੀ ਤੇ ਨੇਕ ਇਨਸਾਨ ਸੀ। ਸੰਗਤਾਂ ਇਹ ਮਹਿਸੂਸ ਕਰਦੀਆਂ ਸਨ ਕਿ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਨਾਨਕ ਗੱਦੀ ਉੱਪਰ ਕੌਣ ਸੁਆਭੀਮਾਨ ਹੋਵੇਗਾ। ਇਹ ਗੱਲ 1570 ਈਸਵੀ ਦੀ ਹੈ, ਜਦ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਜਿੱਥੇ ਹੁਣ ਅੰਮ੍ਰਿਤਸਰ ਹੈ ਉੱਥੇ ਸ਼੍ਰੀ ਰਾਮਦਾਸ ਜੀ ਨੂੰ ਬਾਬਾ ਬੁੱਢਾ ਜੀ ਸਮੇਤ ਭੇਜਿਆ ਅਤੇ ਨਾਲ ਇਹ ਹੁਕਮ ਕੀਤਾ ਕਿ ਇੱਕ ਨਵਾਂ ਨਗਰ ਵਸਾਓ ਤੇ ਸਰੋਵਰ ਵੀ ਬਣਾਓ। ਇੱਥੇ ਆ ਕੇ ਸਤਿਗੁਰਾਂ ਦੀ ਆਗਿਆ ਨਾਲ ਸ਼੍ਰੀ ਰਾਮਦਾਸ ਜੀ ਨੇ ਸੰਤੋਖਸਰ ਸਰੋਵਰ ਦੀ ਖੁਦਾਈ ਕਰਵਾਈ। ਇਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੂਰਾ ਕੀਤਾ।
ਫਿਰ ਇੱਕ ਨਗਰ ਦੀ ਨੀਂਹ ਰੱਖੀ ਅਤੇ ਇਸ ਦਾ ਨਾਮ ਗੁਰੂ ਕਾ ਚੱਕ ਰੱਖਿਆ। ਬਾਅਦ ਵਿੱਚ ਇਹ ਨਗਰ ਚੱਕ ਰਾਮਦਾਸ ਜਾਂ ਰਾਮਦਾਸ ਸਰ ਦੇ ਨਾਮ ਨਾਲ ਮਸ਼ਹੂਰ ਹੋਇਆ। ਫਿਰ ਹੌਲੀ-ਹੌਲੀ ਅੰਮ੍ਰਿਤ ਸਰੋਵਰ ਦੇ ਨਾਮ ਤੇ ਅੰਮ੍ਰਿਤਸਰ ਸ਼ਹਿਰ ਪ੍ਰਸਿੱਧ ਹੋ ਗਿਆ। ਉਧਰ ਸ੍ਰੀ ਗੁਰੂ ਅਮਰਦਾਸ ਜੀ ਆਪਣਾ ਸੱਚਖੰਡ ਵਾਪਸੀ ਦਾ ਸਮਾਂ ਨਜ਼ਦੀਕ ਜਾਣ ਕੇ ਗੁਰਗੱਦੀ ਉੱਪਰ ਯੋਗ ਵਾਰਿਸ ਨੂੰ ਸੁਆਭੀਮਾਨ ਕਰਨਾ ਚਾਹੁੰਦੇ ਸਨ। ਭਾਵੇਂ ਉਹਨਾਂ ਦੇ ਪੁੱਤਰ ਬਾਬਾ ਮੋਹਨ ਤੇ ਮੋਹਰੀ ਜੀ ਵੀ ਆਪਣਾ ਹੱਕ ਸਮਝਦੇ ਸਨ, ਪਰ ਗੁਰੂ ਘਰ ਵਿੱਚ ਗੁਣਾਂ ਨੂੰ ਪਹਿਲ ਹੈ, ਰਿਸ਼ਤੇ ਨੂੰ ਨਹੀਂ। ਦੂਰ ਅੰਦੇਸ਼ ਤੀਸਰੇ ਸਤਿਗੁਰ ਸ੍ਰੀ ਰਾਮਦਾਸ ਜੀ ਬਾਰੇ ਫੈਸਲਾ ਕਰ ਚੁੱਕੇ ਸਨ, ਪਰ ਇੱਕ ਅੰਤਿਮ ਪ੍ਰੀਖਿਆ ਵੀ ਫਿਰ ਵੀ ਪਰਖ ਦੀ ਘੜੀ ਸੀ। ਸਿੱਖ ਇਤਿਹਾਸ ਵਿੱਚ ਥੜੇ ਬਣਾਉਣ ਵਾਲੀ ਸਾਖੀ ਕੇਵਲ ਸਾਖੀ ਹੀ ਨਹੀਂ, ਸਗੋਂ ਸਤਿਗੁਰ ਪ੍ਰਤੀ ਸਿੱਖ ਦਾ ਸਤਿਗੁਰ ਪ੍ਰਤੀ ਪਿਆਰ, ਸਤਿਕਾਰ, ਨਿਮਰਤਾ, ਹੁਕਮ ਮਾਨਣਾ, ਸਹਿਣਸ਼ੀਲਤਾ ਤੇ ਭਵਿੱਖ ਵਿੱਚ ਵੱਡੀਆਂ ਔਕੜਾਂ ਨਾਲ ਨਜਿੱਠਣ ਦੀ ਸਮਰੱਥਾ ਦੀ ਪ੍ਰੀਖਿਆ ਹੈ। ਇਸ ਪਰਖ ਵਿੱਚ ਰਾਮਦਾਸ ਜੀ ਪੂਰੇ ਉਤਰੇ। ਤੀਜੇ ਪਾਤਸ਼ਾਹ ਜੀ ਨੇ ਮਹਿਸੂਸ ਕਰ ਲਿਆ ਕਿ ਹੁਣ ਰਾਮਦਾਸ ਜੀ ਦੀਨ ਦੁਖੀਆਂ ਦਾ ਦਰਦ ਹਰਨ ਦੇ ਯੋਗ ਹਨ। ਇਹ ਹੀ ਹੁਣ ਗੁਰੂ ਨਾਨਕ ਗੱਦੀ ਦੇ ਸਹੀ ਵਾਰਿਸ ਹੋ ਸਕਦੇ ਹਨ। ਮਿਤੀ 1 ਸਤੰਬਰ 1574 ਈਸਵੀ ਨੂੰ ਪਰੀ ਸੰਗਤ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਰਾਮਦਾਸ ਜੀ ਅੱਗੇ ਪਹਿਲਾਂ ਆਪ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਵਾਇਆ। ਫਿਰ ਅਤੀ ਸ਼ਰਧਾ ਭਾਵਨਾ ਨਾਲ ਰਾਮਦਾਸ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਕਹਿकर ਪੁਕਾਰਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵੇ। ਇਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਬੇਹੱਦ ਵਿਰਾਗ ਦੀ ਅਵਸਥਾ ਵਿੱਚ ਸਨ। ਆਪ ਜੀ ਕਹਿਣ ਲੱਗੇ, ਸਤਿਗੁਰੂ ਜੀ, ਤੁਸੀਂ ਜਾਣਦੇ ਹੀ ਹੋ, ਮੈਂ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਆਸਰਾ ਹੋ ਕੇ ਨਿਕਲਿਆ ਸੀ। ਇਸ ਭਾਵਨਾ ਦਾ ਰੂਪ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਵੀ ਮਿਲਦਾ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, ਗੁਰ ਸਤਿਗੁਰੂ ਸੰਗ ਕੀੜੇ ਹਮ ਥਾਪੇ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਜਲਦ ਹੀ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ਸਮੇਤ ਗੋਇੰਦਵਾਲ ਤੋਂ ਗੁਰੂ ਕੇ ਚੱਕ ਅੰਮ੍ਰਿਤਸਰ ਆ ਗਏ। ਇੱਥੇ ਆ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਵਿੱਖ ਦੇ ਕਾਰਜ ਸ਼ੁਰੂ ਕਰ ਲਏ। ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਵਾਂਗੂ ਸਾਨੂੰ ਆਪਣੀ ਜ਼ਿੰਦਗੀ ਵਿੱਚ ਸੇਵਾ, ਸਿਮਰਨ, ਨਿਮਰਤਾ, ਹਲੀਮੀ ਅਤੇ ਭਾਣਾ ਮਾਨਣ ਆਦਿ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ, ਤਾਂ ਜੋ ਅਸੀਂ ਵੀ ਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬੇਟੀ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਤੇ ਨਾਲ ਦੀ ਨਾਲ ਸਿੱਖਿਆ ਵੀ ਲਈ ਆ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਣਾ 5ਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜੀ। ਜੀ ਬੱਚਿਆਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਕਿ ਮੈਡਮ ਜੀ ਆਉਣਗੇ ਅੱਜ। ਮੈਡਮ ਪ੍ਰਿੰਸੀਪਲ ਮੈਡਮ ਕੁਲਵੰਤ ਕੌਰ ਜੀ, ਜਿਨ੍ਹਾਂ ਨੂੰ ਬੱਚੇ ਤੇ ਸਾਰੀ ਸੰਗਤ ਹੀ ਬੜੇ ਬੇਸਬਰੀ ਦੇ ਨਾਲ ਉਡੀਕ ਕਰਦੇ ਆ ਕਿ ਮੈਡਮ ਆਉਣਗੇ ਜੀ। ਹਾਂਜੀ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸੈਸ਼ਨ ਸ਼ੁਰੂ ਕਰਨ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਅੱਜ ਦਾ ਮੇਰਾ ਟੌਪਿਕ ਥੋੜਾ ਜਿਹਾ ਡਿਫਰੈਂਟ ਹੈ ਸਪੋਕਨ ਇੰਗਲਿਸ਼ ਨਾਲ ਰਿਲੇਟਡ ਹੀ ਹੈ ਤੇ ਥੋੜਾ ਜਿਹਾ ਡਿਫਰੈਂਟ ਹੈ। ਐਕਚੁਅਲੀ ਅੱਜ ਅਸੀਂ ਗੱਲ ਕਰਾਂਗੇ ਕਨਵਰਸੇਸ਼ਨ ਦੀ। ਕਨਵਰਸੇਸ਼ਨ ਹੁੰਦਾ ਹੈ ਗੱਲਬਾਤ, ਅਸੀਂ ਕਿਸੇ ਨਾਲ ਕਨਵਰਸ ਕਰਦੇ ਹਾਂ, ਗੱਲਬਾਤ। ਤੇ ਕਨਵਰਸੇਸ਼ਨ ਔਰ ਕਮਿਊਨੀਕੇਸ਼ਨ 'ਚ ਫਰਕ ਹੈ। ਜਿਵੇਂ ਅਸੀਂ ਕਿਹਾ ਕਮਿਊਨੀਕੇਟ ਕਰਨਾ, ਜਿਵੇਂ ਮੈਂ ਤੁਹਾਡੇ ਨਾਲ ਕਮਿਊਨੀਕੇਟ ਕਰ ਰਹੀ ਹਾਂ, ਹੋ ਸਕਦਾ ਹੈ ਕਮਿਊਨੀਕੇਟ ਹੁੰਦਾ ਹੈ ਜਦੋਂ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਈ ਤੇ ਤੁਸੀਂ ਮੇਰੀ ਗੱਲ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾ ਦਿੱਤੀ, ਠੀਕ ਹੈ, that is communication। ਹੁਣ ਇਹ ਕਮਿਊਨੀਕੇਸ਼ਨ ਵਰਬਲ ਵੀ ਹੋ ਸਕਦੀ ਹੈ, ਮੈਂ ਬੋਲ ਰਹੀ ਹਾਂ, ਤੁਸੀਂ ਸੁਣ ਰਹੇ ਹੋ, ਤੁਸੀਂ ਬੋਲਦੇ ਹੋ, ਮੈਂ ਸੁਣ ਰਹੀ ਹਾਂ। ਕਈ ਵਾਰ ਇਹ ਹੁੰਦਾ ਕਿ ਅਸੀਂ
रिटन कम्युनिकेशन, मैं कुछ लिख के दिता तुहानू मेरी गल पहुंच गई, दैट इज आल्सो कम्युनिकेशन। और कन्वर्सेशन हुंदी है गलबात। तो जदों असी किसी नाल गलबात करदे आ ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਸੋ ਵੀ ਵਿਲ ਡੂ ਦੈਟ। ਅੱਜ ਦਾ ਟੌਪਿਕ ਹੈ do's and don'ts of conversation। do's and don'ts। ਵੈਸੇ ਤਾਂ do ਦਾ ਮਤਲਬ ਹੁੰਦਾ ਹੈ ਕਰਨਾ, ਕਰੋ, don't ਮਤਲਬ ਨਾ ਕਰੋ, ਠੀਕ ਹੈ। ਬਟ do's and don'ts ਇੱਥੇ ਨਾउन ਦਾ ਕੰਮ ਕਰ ਰਹੇ ਹੈ, ਕਰਨ ਵਾਲੀਆਂ ਚੀਜ਼ਾਂ ਤੇ ਨਾ ਕਰਨ ਵਾਲੀਆਂ ਚੀਜ਼ਾਂ of conversation। मैम जिवें ये बच्चे ना हैंड रेज कर रहे हैं, ते अगर इन्हों ने कुछ कहना है तो वो पहले कह लैन। वो लगातार हैंड रेज हो रहा है ना तो डिस्टर्ब हो रहा है थोड़ा जा मैनू। जेकर इन्होंने अपने कोई पिछले टॉपिक रिलेटेड कुछ कहना है ते ने भी कुछ पूछना है बाद विच मैडम दा सैशन पूरा हो जाण दिओ, तुहानू समा दिता जावेगा। सो बस हुण किस थैंक यू जी। डूज एंड डोंट्स ऑफ कन्वर्सेशन, गलबात करते हुए मेनली जिवें तुहाडी किसी नाल इंटरव्यू है, कोई तुहानू इंटरव्यू कर रहे है, उस समय तुहानू किन्हां गल्लां दा ध्यान रखना चाहिए है। जदों असीं किसी नाल गलबात कर रहे हैं ना तो साडे माइंड एक साडा माइंड सेटअप की है कि असीं किसी नाल गल करनी है। उस टाइम ते व्हाट शुड वी कीप इन माइंड, दैट इज डूज एंड डोंट्स। असीं की करना है और की नहीं करना। फर्स्ट इज ऑलवेज टॉक पोलाइटली। ऑलवेज टॉक पोलाइटली, हमेशा पोलाइटली गल करो। पोलाइटली हुंदा है बड़ी निमरता नाल, है ना। ते असीं निमरता नाल गल करिए। हुण ये जदों भी कोई तुहाडे नाल गल करे, कन्वर्सेशन करे, निमरता नाल करो। ये सेंटेंसेस बच्चों तुसी याद करोगे ना, जदों इन्हां नूं याद कर लेना, सो दो पर्पस सॉल्व हो जाएंगे साडे। साडी स्पोकन इंग्लिश भी अच्छी हो जाएगी, प्लस सानू कन्वर्सेशन दे डूज एंड डोंट्स भी पता चलेंगे, ठीक है। ऑलवेज टॉक पोलाइटली, हमेशा पोलाइटली गल करो, सारे दे नाल बड़ी निमरता नाल गल करो। थिंक बिफोर यू स्पीक, वेरी इंपॉर्टेंट। ਅਸੀਂ ਕਿਸੇ ਨਾਲ ਜਦੋਂ ਗੱਲ ਕਰ ਰਹੇ ਹਾਂ ਤਾਂ ਸਾਨੂੰ ਉਹਨਾਂ ਨਾਲ ਗੱਲ ਕਰਨ ਲੱਗਿਆਂ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਬੋਲਣਾ ਹੈ ਨਾ। ਸਪੈਸ਼ਲੀ ਡਿਊਰਿੰਗ ਐਨ ਇੰਟਰਵਿਊ, ਕੋਈ ਇੰਟਰਵਿਊ ਚੱਲ ਰਹੀ ਹੈ ਤੁਹਾਡੀ, ਉੱਥੇ ਤੁਸੀਂ ਜੋ ਵੀ ਬੋਲਦੇ ਹੋ ਉਹਨੂੰ ਪਹਿਲੇ ਤੋਲੋ, ਜਿਵੇਂ ਕਹਿੰਦੇ ਨਾ ਪਹਿਲੇ ਤੋਲੋ ਫਿਰ ਬੋਲੋ। ਥਿੰਕ ਬਿਫੋਰ ਯੂ ਸਪੀਕ, ਲੁੱਕ ਬਿਫੋਰ ਯੂ ਲੀਪ। ਲੀਪ ਹੁੰਦਾ ਹੈ ਜੰਪ ਕਰਨਾ। ਜਦੋਂ ਤੁਸੀਂ ਕਿਤੇ ਜੰਪ ਕਰ ਰਹੇ ਹੋ, ਕਿਸੇ ਜਗ੍ਹਾ 'ਚ ਪੈਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਉਸ ਤੋਂ ਪਹਿਲੇ ਦੇਖੋ ਕਿ ਮੈਂ ਕਿਤੇ ਜੰਪ ਕਰਕੇ ਖੂਹ ਦੇ ਵਿੱਚ ਤਾਂ ਨਹੀਂ ਡਿੱਗ ਪਾਵਾਂਗੀ। ਲੁੱਕ ਬਿਫੋਰ ਯੂ ਲੀਪ, ਥਿੰਕ ਬਿਫੋਰ ਯੂ ਸਪੀਕ। ਸੋ that is the second do of think of a conversation. Listen to others carefully. ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣੋ। Like this time I am talking to you, but please ਬੱਚੇ hand raise ਨਾ ਕਰੋ। ਦੇਖੋ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣ ਰਹੇ। Listen to others carefully. That is very important thing। ਜਦੋਂ ਅਸੀਂ ਦੂਸਰਿਆਂ ਨੂੰ ਸੁਣਦੇ ਆ ਨਾ, ਉਹਦੇ ਨਾਲ ਕੀ ਹੁੰਦਾ ਹੈ, ਜਿਹੜਾ ਬੋਲਣ ਵਾਲਾ ਹੈ ਨਾ ਉਹਨੂੰ ਵਧੀਆ ਫੀਲ ਹੁੰਦਾ ਹੈ ਕਿ ਮੇਰੀ ਗੱਲ ਸੁਣੀ ਜਾ ਰਹੀ ਹੈ। ਤੁਸੀਂ ਸੁਣਿਆ ਹੋਏਗਾ ਸਰਬਜੀਤ ਵੀਰ ਜੀ ਕਹਿੰਦੇ ਨਾ, ਟਾਕਿੰਗ ਇਜ਼ ਹੀਲਿੰਗ, ਟਾਕਿੰਗ ਇਜ਼ ਥੈਰਾਪਿਊਟਿਕ। ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਨਾ ਤੇ ਜੇ ਤੁਹਾਨੂੰ ਪਤਾ ਚੱਲ ਜਾਓ ਮੇਰੀ ਗੱਲ ਸੁਣ ਰਿਹਾ। ਕਈ ਲੋਕ ਕਹਿੰਦੇ ਆ ਕਿ ਅਸੀਂ ਡਾਕਟਰ ਕੋਲ ਗਏ ਤੇ ਉੱਥੇ ਅੱਧੇ ਤਾਂ ਅਸੀਂ ਡਾਕਟਰ ਨਾਲ ਗੱਲ ਕਰਕੇ ਹੀ ਠੀਕ ਹੋ ਗਏ। What is the reason behind? The reason is he is listening to you carefully. ਉਹ ਤੁਹਾਡੀ ਗੱਲ ਧਿਆਨ ਨਾਲ ਸੁਣ ਰਿਹਾ ਹੈ। ਇਹਦੇ ਨਾਲ ਦੇਖੋ ਮੈਨੂੰ ਪਤਾ ਚੱਲ ਰਿਹਾ ਜੇ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਤੇ ਮੈਨੂੰ ਲੱਗੇਗਾ ਨਾ ਕਿ ਮੇਰੀ ਗੱਲ ਸੁਣੀ ਜਾ ਰਹੀ ਹੈ ਨਾ। ਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਨੂੰ ਆਪਣੀ ਗੱਲ ਕਿਸੇ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਜਾਂ ਕੋਈ ਸਾਡੇ ਸਾਹਮਣੇ ਗੱਲ ਰੱਖਦਾ ਹੈ, so we should listen to it very carefully. Listen to others carefully ਕਿ ਉਹ ਕੀ ਕਹਿ ਰਹੇ ਨੇ। ਸੋ ਇਹ ਚੀਜ਼ ਤੁਹਾਡੇ ਇੰਟਰਵਿਊ ਦੇ ਦੌਰਾਨ ਵੀ ਬਹੁਤ ਕੰਮ ਆਏਗੀ। ਕਈ ਵਾਰ ਅਸੀਂ ਬਿਨਾਂ ਸੁਣੇ ਚੰਗੀ ਤਰ੍ਹਾਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਸੋ ਉਹਦੇ ਨਾਲ ਕੀ ਹੈ, ਸਾਡੀ ਕਨਵਰਸੇਸ਼ਨ ਹੈ ਨਾ ਜਿਹੜੀ ਉਹ ਥੋੜੀ ਉਹਦੇ ਵਿੱਚ ਉਹ ਅਸੈਂਸ ਨਹੀਂ ਰਹਿੰਦਾ, ਉਹ ਖੁਸ਼ਬੂ ਨਹੀਂ ਰਹਿੰਦੀ, ਉਹ ਕਨਵਰਸੇਸ਼ਨ ਦਾ ਮਜ਼ਾ ਨਹੀਂ ਆਉਂਦਾ। 10478
प्लीज बच्चे अपना हैंड जेड़ा है लोअर कर लो, इत्थे बार बार आ जांदा ना मेरे सामने, मैनू डिस्टर्ब हुंदा है। नेक्स्ट इज कीप योर वॉइस अंडर कंट्रोल वाइल टॉकिंग। जदों तुसी किसे नाल गल कर रहे हो, कीप योर वॉइस अंडर कंट्रोल। योर वॉइस शुड बी नीदर वेरी हाई एंड नॉर वेरी लो। वो अंडर कंट्रोल होनी चाहिए। तुहाडी वॉइस ना ज्यादा उच्ची होनी चाहिए, ना ज्यादा नीवी कि किसी को समझ भी नहीं और इन्नी उच्ची भी नहीं कि किसी को लगे कि मेरे ते गुस्सा ही कर रहे हैं। कीप योर वॉइस अंडर कंट्रोल वाइल टॉकिंग। कीप योर फेशियल एक्सप्रेशन अंडर कंट्रोल वाइल टॉकिंग। फेशियल एक्सप्रेशन मतलब फेस दे एक्सप्रेशन। फेस दे एक्सप्रेशन, कोई तुहाडे नाल गल कर रहा है, अपने फेस दे एक्सप्रेशन ते कंट्रोल रखो। तुहाडे फेस तो ना पता चले किसी नू कि तुसी उसदी गल तो बोर हो गए, तुहानू उसदी गल ते गुस्सा चढ़ रहा है, तुहानू उसदी गल समझ ही नहीं आ रही है। ਅਸੀਂ कई बार बहुत लाइक इदां दे फेशियल एक्सप्रेशन दे दिंदे आ, ਇਹ ਕਿਦਾਂ ਹੋ ਗਿਆ है ना। ਅਸੀਂ कुछ कहते नहीं है, बट मेरी गल फिर भी तुहाडे तक पहुंच जाएगी कि अगर जिवें किसी ने तुहानू कुछ कहा तो तुसी मुंह बना लिया। आपां कहंदे ना मुंह बना लो, दिखदा सारिਆਂ ਨੂੰ ही है ना। फेशियल एक्सप्रेशंस जिहड़े है ना, सानू लगदा है कि उन्होंने नहीं पता चल रहा, लेकिन फेशियल एक्सप्रेशन, फेशियल फेस नाल रिलेटेड। फेशियल मतलब फेशियल, इनू फेशियल बोलना है। एक्सप्रेशन हुंदे हाव भाव। फेशियल एक्सप्रेशन मीन्स तुहाडे फेस दे हाव भाव, ठीक है, उन्हां नू अंडर कंट्रोल रखो। बिल्कुल ब्लैंक फेस भी नहीं कि समवन इज टॉकिंग टू एंड यू आर स्टेयरिंग, एकदम ਉਹਦੇ ਵੱਲ ਅਸੀਂ ਘੂਰੀ ਜਾ ਰਹੇ, ਕੋਈ ਚਿਹਰੇ ਤੇ ਕੋਈ ਐਕਸਪ੍ਰੈਸ਼ਨ ਹੀ ਨਹੀਂ ਹੈ, ਬਲੈਂਕ ਫੇਸ ਹੈ ਨਾ। ਇਦਾਂ ਹੋਵੇ ਨਾ ਬਹੁਤ ਜ਼ਿਆਦਾ ਐਕਸਪ੍ਰੈਸ਼ਨ ਦੇਣੇ ਆ, ਇਹਨੂੰ ਅੰਡਰ ਕੰਟਰੋਲ ਰੱਖਣਾ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਕੀਪ them ਅੰਡਰ ਕੰਟਰੋਲ, ਨਾ ਜ਼ਿਆਦਾ ਤੇ ਨਾ ਹੀ ਬਲੈਂਕ ਫੇਸ ਤੁਹਾਡਾ। पे अटेंशन, पे अटेंशन। पे अटेंशन का मतलब ये है कि अटेंटिवली होके गल सुनो टू व्हाट others are saying। पे अटेंशन टू व्हाट others are saying। जो तुहानू कह रहे हैं कोई गल, तुसी ओनू अटेंशन पे करो। पे अटेंशन टू व्हाट others are saying। जो तुहानू कोई कुछ कह रहा है उहदे ते ध्यान दो, क्यों की कह रहा है। बी अटेंटिव। Listen to others sympathetically। sympathetically दूसरिਆਂ ਦੀ ਗੱਲ ਨੂੰ बड़ी सिंपथी नाल सुनना चाहिए है। सिंपथी का मतलब हुंदा है हमदर्दी। हुण इत्थे तुसी कहोगे कि किसी ਨੂੰ कोई दुख थोड़ी ना हुंदा। जो सिंपैथेटिक का मतलब हुंदा है कि ਅਸੀਂ तेरी गल ਨੂੰ अंडरस्टैंड करते हैं। हमदर्द यही हुंदा ना, हमदर्द मतलब जो तुहाडे नाल दा मतलब तुहाडा अगर तुहानू कोई प्रॉब्लम है, तुसी किसी डिस्टरबेंस दे विच हो एंड यू आर टॉकिंग टू समवन, तां ओदी गल नू इस तरह सुनो कि वाकई तुहानू उसदा दर्द फील हो रहा है। लिसन टू अदर्स सिंपैथेटिकली। सिंपैथेटिकली मेक फ्रेंड्स नॉट एनिमीज व्हाइल यू टॉक। टॉक करते हुए गल ध्यान च रखो कि असी एनिमीज नहीं बनाने, ਅਸੀਂ फ्रेंड्स बनाने, ठीक है। ਉਹਦੇ ਨਾਲ ਕੀ ਹੋਏਗਾ, दूसरा बंदा वो रिलैक्स फील करता है, कंफर्टेबल फील करता है कि मैं अपनी गल किसी नू कह सकती हाँ। बी ह्यूमरस, HUMOROUS is humorous। बी ह्यूमरस विदाउट हर्टिंग इमोशंस। मजाक च रखो गल पर किसी दे इमोशंस ना हर्ट हो। बी ह्यूमरस, तुसी ह्यूमरस होना। ह्यूमरस का मतलब होता है मजाकिया, बट इदा मजाक नहीं करना कि दूसरे दे इमोशंस हर्ट हो जाए। बी ह्यूमरस विदाउट हर्टिंग इमोशंस। दूसरे दे इमोशंस हर्ट ना हो जाए, उन्होंने सट ना वजे दूसरे। ऑलवेज बी रिस्पेक्टफुल व्हाइल टॉकिंग टू एल्डर्स और सीनियर्स। ऑफ कोर्स चाहे एल्डर्स ने, चाहे सीनियर्स है, चाहे तुहाडे फेलो बीइंग्स है, सारियां नाल सानू रिस्पेक्टफुली गल करनी चाहिए है। Always be respectful while talking to elders and seniors। So do's of a conversation are always talk politely, think before you speak, listen to others carefully, keep your voice under control while talking,
keep your facial expressions under control while talking, pay attention to what others are saying, listen to others sympathetically, make friends not enemies while you talk, be humorous without hurting emotions, and always be respectful while talking to elders or seniors. So these were do's of a conversation. Now we come to don'ts of a conversation. सानू conversation करते हुए की नहीं करना चाहिए. इत्थे एक idiom मैं use किया है, don't blow your own trumpet. आज ਅਸੀਂ morning ਚ trumpet ਕੀਤਾ ਸੀਗਾ class ਦੇ ਵਿੱਚ. trumpet ਹੁੰਦਾ ਹੈ, ਇੱਕ ਤਾਂ trumpet ਹੁੰਦਾ ਹੈ ਹਾਥੀ ਜੋ ਚਿੰਗਾੜਦਾ ਹੈ, ਉਹਨੂੰ ਵੀ trumpet ਕਿਹਾ ਜਾਂਦਾ ਹੈ. ਇੱਕ trumpet ਹੁੰਦਾ ਹੈ ਵਾਜਾ, ਜਿਹੜਾ band ਵਾਲੇ ਹੁੰਦੇ ਨਾ, ਉਹਨਾਂ ਕੋਲ trumpet ਹੁੰਦਾ ਹੈ. So don't blow your own trumpet, मतलब अपना राग ना लापी जाओ कि मैं एक कीता, मैं एक कीता, मैं एक कीता, दूसरे दी गल सुननी है. Don't blow your own trumpet एक idiom है, अपना राग ना अलापो. Don't blow your own trumpet. दूसरे दी गल सुनो कि अगर कोई तुहाडे नाल गल कर रहा है, तुसी मैं ए किस तरह करदी हां, मैं इदां करदी हां, असी ए वाला काम कीता है. So this is blowing own trumpet. Don't argue unnecessarily. बिना गल तो, बिना जरूरत तो किसी दे नाल आर्गूमेंट्स ना करो. ठीक है, आर्गूमेंट्स ना करो कि जिवें आपां कहंदे ना बहस करन लग जांदे, नहीं ये तां इस तरह ही होना चाहिदा सीगा, ये तां इदां ही होना चाहिदा सी. Don't argue unnecessarily. Unnecessarily, unnecessarily मतलब बिना जरूरत दे. बिना जरूरत दे किसी दे नाल आर्गू करन दी लोड़ ही नहीं है. Yes, very important. Avoid giving personal comments. Avoid giving personal comments. Whenever you are talking to someone, especially during interview या वैसे भी कोई तुहाडे नाल अजकल ये चीज जिवें अजकल कोरोना दा टाइम है ते तुहानू पता है लोकां नू बहुत काउंसलिंग दी जरूरत है. ठीक है, तो क्योंकि वो लोग इन्ने डिप्रेस हो चुके हैं इस टाइम, उन्हां नू काउंसलिंग दी जरूरत हुंदी है. सो नॉर्मली आजकल जेडे है काउंसलर्स है, जदों काउंसलिंग कर रहे हैं, तुसी गल कर रहे हो, किसी नू कोई दिलासा दे रहे हो, किसी दे नाल कोई तुहाडे नाल अपना दुख साझा कर रहा है. ठीक है, ओनू कोई तुसी पर्सनल कमेंट्स नहीं करने कि तू देखण नू इस तरह लग रही है या तेरी फैमिली दे विच अंदर इस तरह दा होया होएगा. तो ये की है, पर्सनल कमेंट्स है, वो नहीं देने. अवॉइड करो देने. अवॉइड गिविंग पर्सनल कमेंट्स. Don't use obscene language. Obscene ਹੁੰਦਾ ਭੱਦੀ, ਭੱਦੀ ਭਾਸ਼ਾ, ਗੰਦੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ. Don't use obscene language. Obscene ਹੁੰਦਾ ਗੰਦੀ ਭਾਸ਼ਾ, ਭੱਦੀ ਭਾਸ਼ਾ. Don't use obscene language. Avoid exaggeration. It's a new word for the student. Exaggeration ਹੁੰਦਾ है किसी चीज ਨੂੰ बहुत ਵਧਾ ਚੜਾ ਕੇ ਕਹਿਣਾ. Exaggeration. ਕਿਸੇ ਚੀਜ਼ ਨੂੰ ਬਹੁਤ ਜਦੋਂ ਅਸੀਂ ਵਧਾਈ ਜਾਂਦੇ ਆ ਇੰਨੀ ਗੱਲ ਹੁੰਦੀ ਨਹੀਂ ਜਿੰਨਾ ਅਸੀਂ ਉਹਨੂੰ ਐਗਜ਼ੈਜਰੇਟ ਕਰ ਦਿੰਦੇ ਆ, ਉਹ ਅਸੀਂ ਅਵੋਇਡ ਕਰਨੀ ਹੈ. ਅਸੀਂ ਵਧਾ ਚੜਾ ਕੇ ਕੋਈ ਗੱਲ ਨਹੀਂ ਕਰਨੀ, ਨਾ ਆਪਣੀ ਪ੍ਰੋਬਲਮ ਦੱਸਦੇ ਹੋਏ ਤੇ ਨਾ ਕਿਸੇ ਦੀ ਪ੍ਰੋਬਲਮ ਨੂੰ ਸੁਣਦੇ ਹੋਏ. ਅਵੋਇਡ ਐਗਜ਼ੈਜਰੇਸ਼ਨ. Never hesitate to praise and compliment others. ਦੂਸਰਿਆਂ ਨੂੰ ਤਾਰੀਫ ਕਰਨ ਤੋਂ ਜਾਂ ਉਹਨਾਂ ਨੂੰ ਕੋਈ ਕੰਪਲੀਮੈਂਟ ਦੇਣ ਤੋਂ ਕਦੇ ਵੀ ਹੈਜ਼ਿਟੇਟ ਨਾ ਕਰੋ. ਉਹਦੇ ਨਾਲ ਕੀ ਹੁੰਦਾ ਹੈ, ਦੂਸਰੇ ਜਦੋਂ ਅਸੀਂ ਕਿਸੇ ਦੇ ਕੰਮ ਦੀ ਐਕਚੁਅਲੀ ਪ੍ਰੇਜ਼ ਕਰਦੇ ਆ ਨਾ, ਤਾਂ ਉਹਦੇ ਨਾਲ ਸਾਡਾ ਰਿਲੇਸ਼ਨਸ਼ਿਪ ਸਟਰੋਂਗ ਹੁੰਦਾ ਹੈ. ਚਾਹੇ ਕੋਈ ਰਿਲੇਸ਼ਨਸ਼ਿਪ ਹੋਏ, ਚਾਹੇ ਫੈਮਿਲੀ ਦੇ ਵਿੱਚ ਅਗਰ ਪੇਰੈਂਟਸ ਹੈ ਉਹ ਬੱਚੇ ਨੂੰ ਪ੍ਰੇਜ਼ ਕਰਦੇ ਆ, ਈਵਨ ਬੱਚੇ ਅਗਰ ਪੇਰੈਂਟਸ ਨੂੰ ਪ੍ਰੇਜ਼ ਕਰਦੇ ਆ, ਐਕਨੋਲੇਜ ਕਰਦੇ ਆ, ਜਾਂ ਜਿਹੜੇ ਸੀਨੀਅਰਸ ਹੈ ਆਪਣੇ ਜੂਨੀਅਰਸ ਨੂੰ ਪ੍ਰੇਜ਼ ਕਰਦੇ ਆ, ਕੰਪਲੀਮੈਂਟ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੇ ਉਹਦੇ ਨਾਲ ਕੀ ਹੁੰਦਾ ਹੈ, ਤੁਹਾਡਾ ਰਿਲੇਸ਼ਨਸ਼ਿਪ ਸਟਰੋਂਗ ਹੁੰਦਾ ਹੈ. ਨੈਵਰ ਹੈਜ਼ਿਟੇਟ ਟੂ ਪ੍ਰੇਜ਼ ਐਂਡ ਕੰਪਲੀਮੈਂਟ ਅਦਰਸ. प्रेज मीन्स तारीफ करना, एंड कॉम्प्लीमेंट भी होंदा है तारीफ करना, भी किसी ਨੂੰ कॉम्प्लीमेंट देना कि तुसी ये ड्रेस ਤੁਹਾਡੇ ਤੇ ਬਹੁਤ सूट कर रही है, बट ये ਜਿਹੜਾ ਹੈ ਨਾ ਅਸਲ ਚ ਹੋਣਾ ਚਾਹੀਦਾ ਹੈ, ਉੱਪਰੋਂ ਉੱਪਰੋਂ ਨਹੀਂ ਹੋਣਾ ਚਾਹੀਦਾ. नेवर हेजिटेट टू प्रेज एंड कॉम्प्लीमेंट अदर्स. वेरी इंपॉर्टेंट. डोंट मेक sarcastic remarks. sarcastic ਹੁੰਦਾ ਹੈ ਇਦਾਂ ਦਾ ਮਜ਼ਾਕ ਜਿਹੜਾ ਕਹੋ ਤੁਸੀਂ ਕੁਝ ਹੋਰ ਤੇ ਹੋਵੇ ਕੁਝ ਹੋਰ. ਜਿਵੇਂ ਕਿਸੇ ਨੇ ਕਿਹਾ ਕਿ ਮੈਂ ਤਾਂ ਇਹ ਪਾਸ ਕਰ ਲਿਆ, ਤੇ ਅਸੀਂ ਕਿਹਾ ਹਾਂ ਮੈਨੂੰ ਪਤਾ ਤੂੰ ਕਿੱਦਾਂ ਪਾਸ ਕੀਤਾ ਹੋਣਾ ਹੈ,
ਸੋ ਇਹ ਕੀ ਹੈ, ਸਰਕਾਸਟਿਕ ਰਿਮਾਰਕਸ ਹੈ। ਜਿਵੇਂ ਕਿਸੇ ਨੇ ਕਿਹਾ ਮੇਰੇ ਬੜੇ ਨੰਬਰ ਆਏ, ਹਾਂ ਹਾਂ ਤੇਰਾ ਦਿਮਾਗ ਤਾਂ ਬਹੁਤ ਹੈ, ਮਤਲਬ ਅਸੀਂ ਕਹਿ ਤਾਂ ਰਹੇ ਹਾਂ ਹੈ ਨਾ, ਹਾਂ ਤੈਨੂੰ ਬੜੀ ਸਮਝ ਹੈ, ਮੈਨੂੰ ਪਤਾ ਤੈਨੂੰ ਕਿੰਨੀ ਕੁ ਸਮਝ ਹੈ, ਅਸੀਂ ਕੀ ਕਹਿ ਰਹੇ ਹਾਂ, ਤੈਨੂੰ ਬੜੀ ਸਮਝ ਹੈ, ਬਟ ਮੇਰਾ ਦਿਮਾਗ ਕੀ ਹੈ, ਸਰਕਾਸਟਿਕ, ਇਹਨੂੰ ਕਹਿੰਦੇ ਸਰਕਾਸਟਿਕ। ਠੀਕ ਹੈ, ਸਰਕਾਜ਼ਮ ਹੈ ਇਹਦੇ ਵਿੱਚ ਏਦਾਂ ਦਾ ਮਜ਼ਾਕ ਹੈ, ਟੌਂਟ ਹੈ, ਟੌਂਟ ਕਹਿੰਦੇ ਆ ਨਾ ਜਿਹਨੂੰ ਅਸੀਂ। ਸੋ ਡੋਂਟ ਮੇਕ ਸਰਕਾਸਟਿਕ ਰਿਮਾਰਕਸ ਕਿ ਹਾਂ ਤੂੰ ਤਾਂ ਏਦਾਂ ਹੀ ਕੀਤਾ ਹੋਣਾ ਹੈ, ਤੂੰ ਤਾਂ ਮੈਨੂੰ ਪਤਾ ਕਿੰਨੀ ਇੰਟੈਲੀਜੈਂਟ ਹੈ, ਤੂੰ ਤਾਂ ਏਦਾਂ ਦੀ ਗੱਲ ਕਰ ਹੀ ਨਹੀਂ ਸਕਦੀ। ਸੋ ਇਹ ਕੀ ਅਸੀਂ ਬੋਲ ਕੀ ਰਹੇ ਹਾਂ, ਤੂੰ ਤਾਂ ਬੜੀ ਇੰਟੈਲੀਜੈਂਟ ਹੈ, ਪਰ ਸਾਡੇ ਗੱਲ ਕਰਨ ਤੋਂ ਪਤਾ ਚੱਲ ਰਿਹਾ ਕਿ ਅਸੀਂ ਸਰਕਾਸਟਿਕ ਹੋ ਰਹੇ ਹਾਂ। ਅਸੀਂ ਉਹਨੂੰ ਕਿਹੜਾ ਰਿਮਾਰਕ ਦੇ ਰਹੇ ਹਾਂ, ਸਰਕਾਸਟਿਕ ਰਿਮਾਰਕ। ਸੋ ਇਹ ਹੁੰਦਾ ਹੈ ਕਿਸੇ ਨੂੰ ਟੌਂਟ ਕਰ ਰਹੇ ਹਾਂ। Avoid mumbling, another new word, mumbling. Mumbling मतलब ਜਿਵੇਂ ਬੁੜਬੁੜਾਣਾ, ਮਤਲਬ ਐ ਨਹੀਂ ਹੌਲੀ ਹੌਲੀ ਗੁਣਗੁਣ ਕਰਨੀ। Speak clearly, clearly ਬੋਲੋ, ਜੋ ਵੀ ਬੋਲਣਾ ਹੈ ਤੁਹਾਡੀ ਗੱਲ ਦੂਸਰੇ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ। Avoid mumbling, speak clearly. Never try to be over intimate. Intimate ਹੁੰਦਾ ਹੈ ਕਿਸੇ ਦੇ ਬਹੁਤ close ਹੋ ਜਾਣਾ। ਗੱਲਬਾਤ ਕਰਦੇ ਹੋਏ ਕਿਸੇ ਦੇ ਬਹੁਤ ਕਲੋਜ਼ ਹੋਣ ਦੀ ਕੋਸ਼ਿਸ਼ ਨਾ ਕਰੋ ਕਿ ਇਹ ਤਾਂ ਮੇਰੇ ਤੇ ਬਹੁਤ ਯਕੀਨ ਕਰ ਰਹੀ ਹੈ, ਜਾਂ ਮੈਂ ਇਹਨੂੰ ਯਕੀਨ ਦਿਵਾਵਾਂ ਕਿ ਆਈ ਐਮ ਆਲਵੇਜ਼ देयर ਫॉर ਯੂ, ਤੇ ਮੇਰਾ ਉਹ ਮੈਨੂੰ ਸਾਰੀ ਗੱਲਾਂ ਦੱਸ ਦੇਵੇ। ਇਹ ਹੁੰਦੀ ਹੈ ਕਈ ਵਾਰ ਹੈਬਿਟ ਕਿ ਹਾਂ ਇਹ ਵੀ ਗੱਲ ਦੱਸ ਦੇਵੇ, ਇਹ ਵੀ ਗੱਲ ਦੱਸ ਦੇਵੇ, ਮੈਨੂੰ ਆਪਣੀ ਸਾਰੀ ਗੱਲ ਦੱਸ ਦੇਵੇ, ਸਾਰੇ ਸੀਕ੍ਰੇਟਸ ਰਿਵੀਲ ਕਰ ਦੇਵੇ। ਸੋ ਨੈਵਰ ਟਰਾਈ ਟੂ ਬੀ ਓਵਰ ਇੰਟੀਮੇਟ, ਕਿਸੇ ਦੇ ਨਾਲ ਜ਼ਿਆਦਾ ਇੰਟੀਮੇਸੀ ਕਰਨ ਦੀ ਕੋਸ਼ਿਸ਼ ਨਾ ਕਰੋ। Never use a word without understanding its meaning. Never use a word without understanding its meaning. ਕਦੇ ਵੀ ਕਿਸੇ word ਨੂੰ ਉਸਦਾ meaning understand ਕਰਨ ਤੋਂ ਬਿਨਾ ਨਾ ਬੋਲੋ। ਤੁਹਾਨੂੰ meaning ਨਹੀਂ ਪਤਾ ਨਾ ਕਿਸੇ ਚੀਜ਼ ਦਾ, ਤਾਂ ਉਸ ਚੀਜ਼ ਦਾ ਇਸਤੇਮਾਲ ਨਾ ਹੀ ਕਰੋ। ਜਿਵੇਂ ਮੈਨੂੰ ਇੱਥੇ ਇੱਕ ਗੱਲ ਯਾਦ ਆਈ, ਮੈਨੂੰ ਨਾ ਇੱਕ ਕੋਈ ਮਿਲਿਆ, ਕੋਈ ਗਰਲ ਮਿਲੀ, ਤੇ ਉਹਨੇ ਕਿਹਾ ਕਿ ਉਹਨੂੰ ਇੰਨਾ ਵੀ ਨਹੀਂ ਪਤਾ, ਇੰਨਾ ਤਾਂ ਸੈਂਸ ਆਫ ਹਿਊਮਰ ਹੋਣਾ ਚਾਹੀਦਾ ਹੈ। ਐਕਚੁਅਲੀ ਉਹਨੇ ਕਹਿਣਾ ਸੀ ਇੰਨੀ ਤਾਂ ਕਾਮਨ ਸੈਂਸ ਹੋਣੀ ਚਾਹੀਦੀ ਹੈ। ਉਹਨੇ ਕੀ ਕਿਹਾ, ਇੰਨਾ ਤਾਂ ਸੈਂਸ ਆਫ ਹਿਊਮਰ ਹੋਣਾ ਚਾਹੀਦਾ। ਸੈਂਸ ਆਫ ਹਿਊਮਰ ਹੋਣਾ ਚਾਹੀਦਾ ਮਤਲਬ ਹੁੰਦਾ ਹੈ ਮਜ਼ਾਕੀਆ ਸੁਭਾਅ ਤੁਹਾਡਾ। ਕਾਮਨ ਸੈਂਸ ਹੁੰਦਾ ਜੀ ਇੰਨੀ ਗੱਲ ਤਾਂ ਕਾਮਨਲੀ ਪਤਾ ਹੀ ਹੋਣੀ ਚਾਹੀਦੀ ਹੈ। ਸੋ ਉਹਨੇ ਕਹਿਣਾ ਕੀ ਸੀ ਕਿ ਇੰਨੀ ਤਾਂ ਕਾਮਨ ਸੈਂਸ ਹੋਣੀ ਚਾਹੀਦੀ ਹੈ, ਬਟ ਐਕਚੁਅਲੀ ਸ਼ੀ ਵਾਸ ਟ੍ਰਾਈਂਗ ਟੂ ਇੰਪ੍ਰੈਸ ਮੀ, ਤਾਂ ਕਹਿ ਰਹੀ ਸੀ ਕਿ ਇੰਨਾ ਤਾਂ ਸੈਂਸ ਆਫ ਹਿਊਮਰ ਹੋਣਾ ਹੀ ਚਾਹੀਦਾ। ਸੋ ਇਹਦਾ ਮਤਲਬ ਉਹਨੂੰ ਇਸ ਚੀਜ਼ ਦਾ ਮੀਨਿੰਗ ਨਹੀਂ ਸੀ ਪਤਾ, ਬਟ ਉਹ ਇਹਨੂੰ ਯੂਜ਼ ਕਰ ਰਹੀ ਸੀ। ਸੋ ਮੈਨੂੰ ਹਲੇ ਤੱਕ ਯਾਦ ਹੈ। ਸੋ ਨੈਵਰ ਯੂਜ਼ ਅ ਵਰਡ ਵਿਦਆਊਟ ਅੰਡਰਸਟੈਂਡਿੰਗ ਇਟਸ ਮੀਨਿੰਗ। ਤੁਸੀਂ ਕਿਸੇ ਵੀ ਵਰਡ ਦਾ ਮੀਨਿੰਗ ਅਗਰ ਤੁਹਾਨੂੰ ਨਹੀਂ ਪਤਾ ਨਾ, ਤਾਂ ਉਹਨੂੰ ਨਾ ਬੋਲੋ, ਕੋਈ ਗੱਲ ਨਹੀਂ। So these were don'ts. I'm going to repeat them all. Don't blow your own trumpet. Don't argue unnecessarily. Avoid giving personal comments. Don't use obscene language. Avoid exaggeration. Never hesitate to praise and compliment others. Don't make sarcastic remarks. Avoid mumbling. Speak clearly. Never try to be over intimate. And never use a word without understanding its meaning. And today's proverb is, courtesy costs nothing. Courtesy ਹੁੰਦਾ polite behavior. Courtesy costs nothing. ਯਾਨੀ ਸ਼ਰਾਫਤ ਦਾ ਜਾਂ ਚੰਗਾ ਵਿਹਾਰ ਵਿਖਾਣ ਦੇ ਵਿੱਚ ਕੁਝ ਵੀ ਨਹੀਂ ਖਰਚ ਹੁੰਦਾ। ਆਪਾਂ ਕਹਿੰਦੇ ਨਾ ਚੰਗੇ ਬਣਨ 'ਚ ਤਾਂ ਕੋਈ ਪੈਸਾ ਹੀ ਨਹੀਂ ਲੱਗਦਾ। So courtesy means polite behavior, costs nothing. ਸ਼ਰਾਫਤ ਵਿਖਾਣ 'ਚ ਜਾਂ ਚੰਗਾ ਵਿਹਾਰ ਵਿਖਾਣ 'ਚ ਕੁਝ ਵੀ ਖਰਚ ਨਹੀਂ ਹੁੰਦਾ। That means ਆਪਾਂ ਨੂੰ ਚੰਗਾ ਵਿਹਾਰ ਹੀ ਦਿਖਾਣਾ ਚਾਹੀਦਾ ਹੈ। So that's all for today. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਤੇ ਸੋਹਣੇ ਤਰੀਕੇ ਦੇ ਨਾਲ ਸਮਝਾਉਣਾ ਕਰਦੇ ਨੇ ਜੀ। ਬਹੁਤ ਬਹੁਤ ਧੰਨਵਾਦ। ਹੁਣ ਮੈਡਮ ਜੀ ਜੇ ਤੁਹਾਨੂੰ ਪਤਾ ਹੈ ਤੇ ਤੁਸੀਂ ਲੈ ਲਓ ਹੈਂਡ ਰੇਜ਼ ਜਿਹੜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਸੰਬੰਧਿਤ ਨੇ। ਜਿਵੇਂ ਕੁਝ ਲਿਖਿਆ ਆ ਰਿਹਾ ਜੀ, ਮੂੰਹ ਵਿੱਚ ਬੜਬੜਾਉਣਾ। ਹਾਂ, ਮਮਲਿੰਗ ਵੀ ਹੁੰਦਾ ਹੈ, ਔਰ ਇਹਨੂੰ ਮਰਮਰਿੰਗ ਵੀ ਕਹਿੰਦੇ ਆ। MUR ਮਰਮਰਿੰਗ, ਮਮਲਿੰਗ ਔਰ ਮਰਮਰਿੰਗ, ਇਹ ਬੁੜਬੁੜਾਣਾ ਇਹੀ ਹੁੰਦਾ ਹੈ। ਕੱਲ ਵੀ ਇੱਕ ਬੱਚੇ ਨੇ ਕੁਐਸਚਨ ਪੁੱਛਿਆ ਸੀ ਨੀਂਦ ਵਿੱਚ ਬੁੜਬੁੜਾਉਣ ਨੂੰ ਕੀ ਕਹਿੰਦੇ ਆ। ਸੋ ਇਟਸ ਮਮਲਿੰਗ ਔਰ ਮਰਮਰਿੰਗ, ਉਹਨੂੰ ਸਲੀਪ ਟਾਕ ਵੀ ਕਹਿੰਦੇ। ਹਾਂਜੀ।
ਇੱਕ ਬੱਚਾ ਪੁੱਛ ਰਿਹਾ ਅਵੋਇਡ ਐਗਜ਼ੈਜਰੇਸ਼ਨ ਬਾਰੇ ਦੱਸੋ। ਐਗਜ਼ੈਜਰੇਟ ਹੁੰਦਾ ਹੈ ਕਿਸੇ ਗੱਲ ਨੂੰ ਵਧਾ ਚੜਾ ਕੇ ਕਹਿਣਾ। ਐਗਜ਼ੈਜਰੇਸ਼ਨ ਹੁੰਦਾ ਹੈ ਕਿਸੇ ਗੱਲ ਨੂੰ ਜਦੋਂ ਵਧਾ ਚੜਾ ਕੇ ਕਿਹਾ ਜਾਵੇ ਨਾ, ਉਹਨੂੰ ਅਵੋਇਡ ਕਰੋ। ਤੁਸੀਂ ਕਿਸੇ ਵੀ ਗੱਲ ਨੂੰ ਜਿੱਦਾਂ ਦੀ ਹੈ ਉਹਨੂੰ ਐਦਾਂ ਹੀ ਸ਼ੋ ਕਰੋ, ਵਧਾ ਚੜਾ ਕੇ ਨਾ ਕਰੋ ਕਦੇ ਵੀ ਕਿਸੇ ਗੱਲ। ਹੈਜ਼ਿਟੇਟ, ਬੱਚੇ ਹੈਜ਼ਿਟੇਟ ਦਾ ਮਤਲਬ ਹੁੰਦਾ ਹੈ ਝਿਜਕਣਾ, ਝਿਜਕਣਾ ਹੈ ਨਾ। ਅਸੀਂ ਕਿਸੇ ਕੰਮ ਨੂੰ ਕਰਨ ਤੋਂ ਹੈਜ਼ਿਟੇਟ ਕਰਦੇ ਹਾਂ। ਕਈ ਵਾਰ ਕੁਝ ਬੱਚੇ ਕੁਐਸਚਨ ਪੁੱਛਣ ਤੋਂ ਹੈਜ਼ਿਟੇਟ ਕਰਦੇ ਆ ਕਿ ਮੈਂ ਕੁਐਸਚਨ ਪੁੱਛ ਲਾਂਗੀ ਮੈਮ ਨੂੰ ਤੇ ਜਾਂ ਆਪਣੇ ਟੀਚਰ ਨੂੰ, ਪਤਾ ਨਹੀਂ ਕੀ ਹੋਏਗਾ। ਸੋ ਉਹਦੇ ਸਾਨੂੰ ਹੈਜ਼ਿਟੇਸ਼ਨ ਨਹੀਂ ਹੋਣੀ ਚਾਹੀਦੀ, ਸਾਨੂੰ ਹੈਜ਼ਿਟੇਟ ਨਹੀਂ ਕਰਨਾ ਚਾਹੀਦਾ। ਹਾਂਜੀ, ਮੀਨਿੰਗ ਆਫ ਓਵਰ ਇੰਟੀਮੇਟ, ਓਵਰ ਇੰਟੀਮੇਟ ਹੁੰਦਾ ਹੈ, ਇੰਟੀਮੇਟ ਹੁੰਦਾ ਹੈ ਕਲੋਜ਼ ਹੋ ਜਾਣਾ, ਬਹੁਤ ਕਿਸੇ ਦੇ ਕਲੋਜ਼ ਹੋ ਜਾਣਾ। ਜਿਵੇਂ ਮੇਰੀ ਉਹਦੇ ਨਾਲ ਬਹੁਤ ਇੰਟੀਮੇਸੀ ਹੈ, ਮਤਲਬ ਅਸੀਂ ਦੋਨੋਂ ਬਹੁਤ ਕਲੋਜ਼ ਹਾਂ। ਓਵਰ ਇੰਟੀਮੇਟ ਮਤਲਬ ਜਦੋਂ ਤੁਸੀਂ ਕਲੋਜ਼ ਹੋ ਕੇ ਉਸ ਤੋਂ ਵੀ ਜ਼ਿਆਦਾ ਕਲੋਜ਼ ਹੋ ਰਹੇ ਹੋ, ਮਤਲਬ ਜਿਵੇਂ ਕਿਸੇ ਨੂੰ ਹਰ ਸੀਕ੍ਰੇਟ ਜਿਹੜਾ ਹੈ ਰਿਵੀਲ ਕਰਵਾਉਣਾ ਚਾਹੁੰਦੇ ਹੋ ਕਿ ਮੈਂ ਤੇਰੇ ਬਹੁਤ ਕਲੋਜ਼ ਹਾਂ, ਬਹੁਤ ਕਲੋਜ਼ ਹਾਂ। ਕਿਸੇ ਦੇ ਨਾਲ ਏਦਾਂ ਨਾ ਸ਼ੋ ਕਰੋ ਕਿ ਮੈਂ ਤੇਰੇ ਨਾਲ ਬਹੁਤ ਕਲੋਜ਼ ਹਾਂ। ਜਦੋਂ ਤੁਸੀਂ ਕਨਵਰਸੇਸ਼ਨ ਕਰ ਰਹੇ ਹੋ, ਸਪੈਸ਼ਲੀ ਡਿਊਰਿੰਗ ਐਨ ਇੰਟਰਵਿਊ, ਕਿਸੇ ਦੇ ਨਾਲ ਓਵਰ ਇੰਟੀਮੇਟ ਨਹੀਂ ਹੋਣਾ। ਐਗਜ਼ੈਜਰੇਸ਼ਨ, ਐਗਜ਼ੈਜਰੇਸ਼ਨ ਜਿਨ੍ਹਾਂ ਦੇ ਹੈਂਡ ਰੇਜ਼ ਹੈ ਲੈ ਲਈ ਉਹਨਾਂ ਨੂੰ। ਹਾਂਜੀ ਹਾਂਜੀ ਲੈ ਲਓ। ਐਗਜ਼ੈਜਰੇਸ਼ਨ ਦੀ ਟ੍ਰਾਂਸਲੇਸ਼ਨ ਹੈ ਵਧਾ ਚੜਾ ਕੇ ਕਰਨਾ ਗੱਲ ਨੂੰ, ਐਗਜ਼ੈਜਰੇਸ਼ਨ। ਵੀਰ ਜੀ ਲੈ ਲਓ ਇਹਨਾਂ ਨੂੰ 1 by 1। ਉਦੋਂ ਤੱਕ ਇੱਕ ਬੱਚੇ ਨੇ ਪੁੱਛਿਆ ਮੇਕ ਫਰੈਂਡਸ ਨਾਟ ਐਨੀਮੀਜ਼। ਜਦੋਂ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਤੇ ਇਹ ਸੋਚ ਕੇ ਕਰੋ ਕਿ ਅਸੀਂ ਉਹਦੇ ਨਾਲ ਦੁਸ਼ਮਣੀ ਨਹੀਂ ਕਰਨੀ, ਠੀਕ ਹੈ। ਬੱਚੇ ਬਹੁਤ ਸਾਰੇ ਕੁਐਸਚਨਸ ਇਕੱਠੇ ਲੈ ਕੇ ਆ ਗਏ। ਮੈਮ ਇਹਨਾਂ ਦੀ ਨਾ ਚੈਟ ਸੇਵ ਕਰ ਲਿਓ, ਆਪਾਂ ਸਾਰੇ ਆਨਸਰ ਦਵਾਂਗੇ ਫਿਰ ਨੈਕਸਟ ਟਾਈਮ। ਹਾਂਜੀ, ਦੋ ਤੁਸੀਂ ਹੈਂਡ ਰੇਜ਼ ਜਿਹੜੇ ਲੈਣਾ ਚਾਹੁੰਦੇ ਆ ਲੈ ਲਓ। ਹਾਂਜੀ, ਜਿਹੜਾ ਹੈ ਮੇਰੇ ਨਾਲ ਰਿਲੇਟਡ ਕੁਐਸਚਨਸ ਪਲੀਜ਼ ਆਸਕ। ਆਵਾਜ਼ ਨਹੀਂ ਆ ਰਹੀ ਜੀ। ਹਾਂਜੀ ਨਹੀਂ ਆ ਰਹੀ। ਮੀਨਿੰਗ ਆਫ obscene, obscene ਹੁੰਦਾ ਹੈ ਭੱਦਾ, ਗੰਦਾ। ਆਪਾਂ ਕਿਸੇ ਨੂੰ obscene ਕਮੈਂਟ ਕਰਦੇ ਹਾਂ, ਆਪਾਂ ਕਹਿੰਦੇ ਨਾ ਗੰਦੇ ਕਮੈਂਟ ਹੈ, ਸੋ obscene। ਸਰਕਾਸਟਿਕ ਹੁੰਦਾ ਹੈ ਟੌਂਟ, ਟੌਂਟ ਮਾਰਨਾ, ਟੌਂਟਿੰਗ ਵੇ ਨਾਲ ਗੱਲ ਕਰਨੀ, ਉਹਨੂੰ ਸਰਕਾਸਟਿਕ ਕਹਿੰਦੇ ਆ। ਵੀਰ ਜੀ ਨੈਕਸਟ ਹੈਂਡ ਰੇਜ਼ ਲਈ ਜਾਓ ਪਲੀਜ਼, ਟਾਈਮ ਹੋ ਗਿਆ ਨਾ। pronunciation of unnecessarily, unnecessarily, unnecessarily बिना जरूरत के। वाहिगुरु जी की फतेह। Ma'am, what is the difference between praise and compliment? बेटे praise और compliment almost same है। जिवें compliment ਹੁੰਦਾ है ਕਿਸੇ ਚੀਜ਼ ਦਾ ਪੂਰਕ। ਸਪੋਜ਼ ਕਰੋ ਤੁਸੀਂ ਨਿਊ ਡਰੈਸ ਪਾਈ, ਮੈਂ ਤੁਹਾਨੂੰ ਕਿਹਾ your dress is very pretty, ਸੋ ਆਪਾਂ ਤੁਹਾਨੂੰ ਕੀ ਕਰ ਰਹੇ ਹਾਂ, ਕੰਪਲੀਮੈਂਟ ਕਰ ਰਹੇ ਹਾਂ, ਹੈ ਨਾ। ਇੱਕ ਜਿਵੇਂ ਪ੍ਰੇਜ਼ ਹੀ ਕਹਿ ਸਕਦੇ ਹਾਂ, ਉਹ ਆਲਮੋਸਟ ਸੇਮ ਹੀ ਹੈ, ਪ੍ਰੇਜ਼ ਹੀ ਕਹਿ ਸਕਦੇ ਹੋ, ਕੰਪਲੀਮੈਂਟ is almost same, है ना। Okay ma'am, thank you जी। वाहिगुरु जी का खालसा, वाहिगुरु जी की फतेह। हाँ जी नेक्स्ट प्लीज। मैम वाहिगुरु जी का खालसा, वाहिगुरु जी की फतेह। वाहिगुरु जी की फतेह। मैम ट्रम्पट दा मीनिंग दसी। हाँ जी, ट्रम्पेट, ट्रम्पट, ट्रम्पेट, ट्रम्पेट, ट्रम्पेट ਦੇ ਦੋ ਮੀਨਿੰਗ ਹੁੰਦੇ ਆ। ਇੱਕ ਤਾਂ ਜੋ ਐਲੀਫੈਂਟ ਆਵਾਜ਼ ਨਿਕਾਲਦਾ ਹੈ ਨਾ, ਉਹਨੂੰ ਟਰੰਪਟਿੰਗ ਕਹਿੰਦੇ ਆ, ਹੈ ਨਾ। ਐਲੀਫੈਂਟ ਦਾ ਸਾਊਂਡ ਹੁੰਦਾ, ਉਹਨੂੰ ਟਰੰਪਟ ਕਹਿੰਦੇ ਆ। ਇੱਕ ਟਰੰਪਟ ਹੁੰਦਾ ਹੈ ਤੁਸੀਂ ਬੈਂਡ ਵਜੇ, ਜਿਹੜੇ ਵਿਆਹ ਵੇਲੇ ਉਹ ਬਰਾਤ ਨਾਲ ਜਾ ਰਹੇ ਹੁੰਦੇ ਬੈਂਡ ਵਾਲੇ, ਤੇ ਉਹਨਾਂ ਦੇ ਕੋਲ ਇੱਕ ਬੜਾ ਵੱਡਾ ਵਾਜਾ ਜਿਹਾ ਹੁੰਦਾ ਹੈ, ਉਹਨੂੰ ਵੀ ਟਰੰਪਟ ਕਹਿੰਦੇ ਆ। ਸੋ ਡੋਂਟ ਬਲੋ ਯੋਰ ਓਨ ਟਰੰਪਟ, ਮਤਲਬ ਆਪਣਾ ਰਾਗ ਹੀ ਨਾ, ਆਪਣਾ ਵਾਜਾ ਨਾ ਵਜਾਈ ਜਾਓ, ਦੂਸਰੇ ਦੀ ਵੀ ਗੱਲ ਸੁਣੋ, ਟਰੰਪਟ, ਠੀਕ ਹੈ। ਬਲੋ ਕਰਨਾ ਮਤਲਬ ਉਹਦੇ ਚ ਹਵਾ ਭਰਨਾ, ਕਿਉਂਕਿ ਹਵਾ ਨਾਲ ਵੱਜਦਾ ਜਿਹੜਾ ਟਰੰਪਟ ਹੁੰਦਾ ਨਾ। ਜਿਵੇਂ ਬਾਂਸੁਰੀ ਹੁੰਦੀ ਹੈ ਨਾ, ਫਲੂਟ ਹੁੰਦੀ ਹੈ, ਉਹ ਅਸੀਂ ਬਲੋ ਕਰਦੇ ਆ, ਉਹਦੇ ਚ ਹਵਾ ਜਾਂਦੀ ਹੈ ਤਾਂ ਉਹਦਾ ਸੰਗੀਤ ਨਿਕਲਦਾ ਹੈ ਨਾ। ਤਾਂ ਇਸੇ ਤਰ੍ਹਾਂ ਟਰੰਪਟ ਦੇ ਵਿੱਚ ਵੀ ਜਦੋਂ ਤੁਸੀਂ ਹਵਾ ਭਰਦੇ ਹੋ ਤੇ ਉਹਦਾ ਸੰਗੀਤ ਨਿਕਲਦਾ ਹੈ। ਸੋ ਡੋਂਟ ਬਲੋ ਯੋਰ ਓਨ ਟਰੰਪਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਇਹ ਪੁੱਛਣਾ ਚਾਹੁੰਦੀ ਸੀ, ਇੱਕ ਪ੍ਰੇ PRAY ਨਾਲ ਪੈਂਦਾ ਹੁੰਦਾ ਤੇ ਇੱਕ ਪ੍ਰੇ PREY, ਮੈਮ ਉਹਨਾਂ ਵਿੱਚ ਕੀ ਡਿਫਰੈਂਸ ਹੈ? ਬੱਚੇ ਪ੍ਰੇ ਹੁੰਦਾ ਹੈ ਪ੍ਰੇ ਕਰਨਾ, ਠੀਕ ਹੈ ਨਾ। ਅਸੀਂ ਪ੍ਰੇ ਕਰ ਰਹੇ ਹਾਂ,
I pray to God daily. P-R-A-Y pray. P-R-E-Y ਹੁੰਦਾ ਸ਼ਿਕਾਰ. ਓਕੇ ਮੈਮ। The lion caught its prey. Prey ਹੁੰਦਾ ਸ਼ਿਕਾਰ. P-R-E-Y pray. ਥੈਂਕ ਯੂ ਮੈਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਮੈਮ ਚਾਪਲੂਸੀ ਕਰਨਾ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ? Flattery. F-L-A-T-T-E-R-Y flattery. Like ਅਸੀਂ ਕਹਿੰਦੇ ਨਾ beware of flatterers. Flattery ਹੁੰਦਾ ਹੈ ਚਾਪਲੂਸੀ। F-L-A-T-T-E-R-Y ਚਾਪਲੂਸੀ। ਠੀਕ ਹੈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਐਟੀਟਿਊਡ ਦਾ ਮੀਨਿੰਗ ਕੀ ਹੁੰਦਾ ਜਦੋਂ ਕਿਹਦਾ ਬੱਚੇ ਕਿਹਦਾ? ਐਟੀਟਿਊਡ ਦਾ ਜੀ ਐਟੀਟਿਊਡ। ਐਟੀਟਿਊਡ ਨੂੰ ਪੰਜਾਬੀ ਵਿੱਚ ਕੀ ਕਵਾਂਗੇ? ਤੁਹਾਡਾ ਨਜ਼ਰੀਆ ਕਹਿ ਸਕਦੇ ਹੋ। ਨਜ਼ਰੀਆ। ਮੈਮ ਜਦੋਂ ਆਪਾਂ ਕਹਿੰਦੇ ਨੇ ਕਿ ਉਹਦੇ ਵਿੱਚ ਐਟੀਟਿਊਡ ਬਹੁਤ ਹਾਂ ਉਹਦੇ ਵਿੱਚ ਐਟੀਟਿਊਡ ਹੈ। ਉਹ ਐਟੀਟਿਊਡ ਹੁੰਦਾ ਹੈ ਬਈ ਆਕੜ ਟਾਈਪ, ਬਟ ਐਕਚੁਅਲੀ ਐਟੀਟਿਊਡ ਮੀਨਸ ਨਜ਼ਰੀਆ। ਉਹ ਐਟੀਟਿਊਡ ਪਤਾ ਆਪਾਂ ਕਿਉਂ ਕਹਿੰਦੇ ਆ? ਬਈ ਉਹਨੇ ਉਹਦਾ ਤੁਹਾਡਾ ਇਸ ਦੇ ਬਾਰੇ ਕੀ ਐਟੀਟਿਊਡ ਹੈ ਨਾ, ਤੁਹਾਡਾ ਇਸ ਪ੍ਰੋਬਲਮ ਦੇ ਬਾਰੇ ਕੀ ਐਟੀਟਿਊਡ ਹੈ, ਕੀ ਨਜ਼ਰੀਆ ਹੈ, ਤੇ ਉਹ ਅਸੀਂ ਆਕੜ ਉਹਦਾ ਯੂਜ਼ ਕਰ ਲੈਂਦੇ ਆ। ਲੇਕਿਨ ਐਟੀਟਿਊਡ ਦਾ ਅਸਲੀ ਮਤਲਬ ਹੁੰਦਾ ਹੈ ਨਜ਼ਰੀਆ। ਠੀਕ ਹੈ। ਜਿਵੇਂ ਉਹ ਬੜਾ ਐਟੀਟਿਊਡ ਥਰੋ ਕਰ ਰਹੀ ਹੈ, ਉੱਥੇ ਅਸੀਂ ਕਹਿ ਸਕਦੇ ਹਾਂ ਵੀ ਆਕੜ ਜੀ ਮਾਰ ਰਹੀ ਹੈ। ਠੀਕ ਹੈ। ਈਗੋ ਦਾ ਜੀ। ਹਾਂਜੀ। ਈਗੋ ਈਗੋ ਹੁੰਦਾ ਹੈ ਤੁਹਾਡਾ ਮੈਂ ਤੁਹਾਡੀ, ਹੈ ਨਾ। ਜਿਵੇਂ ਕਿਸੇ ਨੇ ਮੈਨੂੰ ਕਹਿਤਾ ਕਿ ਮੈਮ ਤੁਹਾਨੂੰ ਤਾਂ ਇੰਗਲਿਸ਼ ਦਾ ਇਹ ਵਰਡ ਵੀ ਨਹੀਂ ਪਤਾ, ਤੇ ਮੇਰੀ ਈਗੋ ਹਰਟ ਹੋ ਗਈ ਕਿ ਅੱਛਾ ਇਹਨੇ ਮੈਨੂੰ ਏਦਾਂ ਕਿਉਂ ਕਹਿਤਾ। ਉਹਦੀ ਈਗੋ ਮਤਲਬ ਮੇਰੀ ਮੈਂ। ਠੀਕ ਹੈ। ਈਗੋ। ਥੈਂਕ ਯੂ ਮੈਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੇ ਬੱਚਿਆਂ ਨੂੰ ਬੇਨਤੀ ਹੈ ਜੀ, ਜਿਨ੍ਹਾਂ ਦੇ ਵੀ ਕੋਈ ਹੋਰ ਕੁਐਸਚਨ ਹੈਗੇ ਆ ਉਹ ਚੈਟ ਦੇ ਵਿੱਚ ਜਾਂ ਤੁਸੀਂ ਉੱਥੇ ਫੀਡਬੈਕ ਦੇ ਰਾਹੀਂ ਭੇਜ ਸਕਦੇ ਹੋ ਜੀ, ਤੇ ਤੁਹਾਡਾ ਫਿਰ ਸਾਰਿਆਂ ਦਾ ਲਿਆ ਜਾਵੇਗਾ। ਸੋ ਹੁਣ ਬੇਨਤੀ ਹੈ ਜੀ ਕਿ ਜਿਹੜੀ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਤੇ ਹੋਰ ਪੁੱਛਗਿੱਛ ਲਈ ਜੋ ਵੀ ਪੁੱਛਣਾ ਹੈ, ਉਹ ਨੰਬਰ ਹੈ ਜਿਹੜੀ ਗਗਨਦੀਪ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਕਰੀਨ ਸ਼ੇਅਰ ਕਰ ਦੇਣ ਜੀ। ਸਾਰੇ ਬੱਚਿਆਂ ਨੂੰ ਬੇਨਤੀ ਹੈ, ਨੰਬਰ ਨੋਟ ਕਰ ਲਵੋ ਜੀ। ਤੇ ਮੈਡਮ ਕੁਲਵੰਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਹੈ। ਸਾਡੇ ਕੋਲੇ ਫੀਡਬੈਕ ਆਉਂਦੀ ਹੈ ਮੈਡਮ ਦੇ ਲਈ ਬਹੁਤ ਵਧੀਆ। ਸੋ ਬਹੁਤ ਬਹੁਤ ਧੰਨਵਾਦ ਜੀ ਫਿਰ ਤੋਂ ਸਾਰਿਆਂ ਦਾ। ਕੱਲ ਨੂੰ ਫਿਰ ਮਿਲਦੇ ਆ 4 ਵਜੇ ਜੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।